ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਕਮਲਜੀਤ ਕੌਰ ਬਾਂਗਰਾ, ਆਫੀਸ਼ੀਏਟਿੰਗ ਪ੍ਰਿੰਸੀਪਲ ਨੈਸ਼ਨਲ ਕਾਲਜ ਫਾਰ ਵਿਮਨ ਮਾਛੀਵਾੜਾ। ਅੱਜ ਮੈਂ ਤੁਹਾਡੇ ਸਾਹਮਣੇ ਬਲਵਿੰਦਰ ਸਿੰਘ ਗਰੇਵਾਲ ਦੀ ਕਹਾਣੀ ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ ਪੇਸ਼ ਕਰਨ ਲੱਗੀ ਹਾਂ। ਸੋ ਪੇਸ਼ ਹੈ ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ। ਸਤਵਿੰਦਰ ਦੇ ਦਫ਼ਤਰ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੇ ਡਾਈਵੋਰਸ ਦੀ ਗੱਲ ਦਫ਼ਤਰ ਦੀ ਮਧਾਣੀ ਵਿੱਚ ਰਿੜਕੀ ਜਾ ਚੁੱਕੀ ਸੀ। ਜਦੋਂ ਲੇਖਰਾਜ ਅੰਕਲ ਦਾ ਫੋਨ ਆਇਆ ਤਾਂ ਕੋਲ ਖੜੇ ਰਣਜੀਤ ਨੇ ਸਾਰੀ ਗੱਲ ਸੁਣ ਲਈ ਸੀ, ਪਰ ਉਸਦੇ ਪਹਿਲੇ ਸਵਾਲ ਦੇ ਜਵਾਬ ਵਿੱਚ ਹੀ ਸਤਵਿੰਦਰ ਨੇ 2 ਹਰਫੀ ਗੱਲ ਨਿਬੇੜ ਦਿੱਤੀ ਸੀ। ਤਲਾਕ ਕੋਈ ਨਵੀਂ ਗੱਲ ਤਾਂ ਨਹੀਂ ਸੀ, ਪਰ ਰਣਜੀਤ ਅਣਮੰਨੇ ਜੇ ਮਨ ਵਿੱਚ ਹੀ ਉਸ ਪਾਸੋਂ ਗਿਆ ਸੀ ਅਤੇ ਦਫ਼ਤਰ ਵਿੱਚ ਸੱਤੇ ਦੇ ਤਲਾਕ ਦੀ ਗੱਲ ਹੋ ਰਹੀ ਸੀ। ਉਸ ਦੇ ਅੰਦਰ ਵੜਦੇ ਹੀ ਸੋਹਲ ਆਉਂਦੇ ਸਿਰ ਹੋ ਗਿਆ ਸੀ। ਐਤਕੀ ਤਾਂ ਫਿਰ ਵੀਕਐਂਡ ਸੱਤੇ ਦੇ ਸਿਰ ਹੋ ਗਿਆ ਤੇ ਸੋਹਲ ਦੀ ਖਚਰੀ ਹਾਸੀ ਦਫ਼ਤਰ ਦੇ ਚਾਰੇ ਖੁੰਜੀ ਫੈਲ ਗਈ ਸੀ। ਕਿਉਂ, ਇਹਦੀ ਮੱਝ ਹਰੀ ਹੋਈ ਆ ਬਈ ਲੱਸੀ ਚੋਂ ਘੁੱਟ ਤੈਨੂੰ ਦਊ। ਦੂਸਰੇ ਪੰਜਾਬੀ ਕਲਰਕ ਰੌਣਕ ਦੀ ਗੱਲ ਨੇ ਹਾਸੀ ਸਾਰਿਆਂ ਦੇ ਬੁੱਲਾਂ ਤੇ ਬਖੇਰ ਦਿੱਤੀ ਸੀ। ਉਹ ਆਪਣੇ ਮਲਵਈ ਅਖਾਣਾਂ ਲਈ ਪ੍ਰਸਿੱਧ ਸੀ। ਕੈਨੇਡਾ ਦੇ 6 ਵਰੇ ਉਹਦੇ ਚੋਂ ਮਾਲਵੇ ਦੀ ਮਿੱਟੀ ਦਾ ਲੂੰ ਵੀ ਨਹੀਂ ਸਨ ਖਿਸਕਾ ਸਕੇ। ਕਿਉਂ ਸਾਲਿਓ ਮਗਜ਼ ਮਾਰਨ ਲੱਗੇ ਹੋ? ਅਗਲੇ ਦੀ ਅੱਧੀ ਦੁਨੀਆ ਡੁੱਬਣ ਨੂੰ ਫਿਰਦੀ ਆ, ਆਪ ਸਾਲੇ ਮੇਰੇ ਮਸ਼ਕਰੀਆਂ ਕਰਦੇ ਆ। ਰਣਜੀਤ ਦੇ ਚੇਤੇ 'ਚੋਂ ਫੋਨ ਸੁਣਦੇ ਸੱਤੇ ਦਾ ਗੰਭੀਰ ਚਿਹਰਾ ਵਿਸਰਿਆ ਨਹੀਂ ਸੀ। ਤੂੰ ਸੱਤੇ ਉਰੇ ਆ ਮੇਰੇ ਕੋਲ। ਅਚਾਨਕ ਉਹਦੀ ਰੋਬ ਭਰੀ ਆਵਾਜ਼ ਗੰਭੀਰ ਹੋ ਗਈ ਸੀ ਤੇ ਸੱਤੇ ਦੇ ਉਸ ਤੱਕ ਪਹੁੰਚਦਿਆਂ ਚਿਹਰਾ ਵੀ ਗੰਭੀਰ ਹੋ ਗਿਆ ਲੱਗਦਾ। ਨਾ ਗੱਲ ਕੀ ਹੋਈ? ਥੋੜੀ ਤਾਂ ਕਦੇ ਸੋ ਵੀ ਨਹੀਂ ਸੀ ਸੁਣੀ। 3 ਸਾਲ ਤੁਹਾਨੂੰ ਇਕੱਠਿਆਂ ਰਹਿੰਦਿਆਂ ਨੂੰ ਹੋ ਗਏ। ਗੱਲ ਕੀ ਹੋਣੀ ਸੀ? ਹਰੀ ਚੁੱਗ ਹੋ ਗਈ ਤੇਰਾ ਬਾਈ ਕੈਨੇਡਾ ਆ ਕੇ। ਸੱਤੇ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਸੋਹਲ ਬੋਲ ਪਿਆ, ਲੈ ਹਰੀ ਚੁੱਗ ਹੋ ਗਿਆ ਸਵਾ, ਜਾਣੀ ਸਾਲਿਆਂ ਨੇ ਆਪ ਦਾਗ ਕੇ ਛੱਡਿਆ ਹੁੰਦਾ। ਅਗਲੀ ਦੀ ਮੜਕ ਤਾਂ ਅਜੇ ਕੁਵਾਰੀਆਂ ਵਰਗੀ ਆ, ਜਿਵੇਂ ਸਾਲਾ ਸਾਧ ਹੁੰਦਾ। ਮੈਨੂੰ ਤਾਂ ਲੱਗਦਾ ਉਹੀ ਅੱਕ ਗਈ, ਤਿਲ ਪੀੜ ਪੀੜ ਤੇਲ ਹੋਊ ਤਾਂ ਨਿਕਲੂ। ਰੌਣਕ ਫਿਰ ਚਾਲੂ ਹੋ ਗਿਆ ਸੀ। ਰੌਣਕ ਦੀਆਂ ਬੇਹਿਆ ਟਿੱਪਣੀਆਂ ਨੇ ਸੱਤੇ ਨੂੰ ਧੁਰ ਅੰਦਰੋਂ ਛਿਲ ਦਿੱਤਾ। ਰਣਜੀਤ ਦੀ ਟੇਬਲ ਤੇ ਲੀਵ ਫਾਰਮ ਰੱਖ ਕੇ ਉਹ ਬਿਨਾਂ ਕੁਝ ਕਹੇ ਮੁੜ ਆਇਆ। ਕੰਪਨੀ ਦੀ ਇਸ ਬ੍ਰਾਂਚ ਵਿੱਚ ਉਸ ਨੂੰ ਜੁਆਇਨ ਕੀਤਿਆਂ ਅਜੇ 4 ਕੁ ਮਹੀਨੇ ਹੀ ਹੋਏ ਸਨ। ਕਿਸੇ ਨਾਲ ਅੰਦਰੂਨੀ ਸਾਂਝ ਅਜੇ ਨਹੀਂ ਸੀ ਬਣੀ, ਬਸ ਹਮਵਤਨੀ ਦੀ ਭਾਵਨਾ ਨੇ ਜ਼ਰੂਰ ਨੇੜੇ ਰੱਖੇ ਹੋਏ ਸੀ। ਉਂਝ ਉਸ ਜਾਣ ਲਿਆ ਸੀ ਤਿੰਨੋਂ ਹਮਵਤਨ ਹਮਦਰਦ ਤੇ ਮੈਲ ਰਹਿਤ ਸਨ, ਪਰ ਸਭ ਦੀ ਆਪਣੀ ਤੱਕੜੀ, ਆਪਣਾ ਤੋਲ ਸੀ। ਸੋਚਦਾ ਸੱਤਾ ਚਾਬੀ ਘੁਮਾਉਂਦਾ ਕੰਪਨੀ ਦੀ ਪਾਰਕਿੰਗ ਤੱਕ ਆ ਗਿਆ। ਇਹ ਤੋਲ, ਇਹ ਤੱਕੜੀਆਂ ਤਾਂ ਹਰ ਥਾਂ ਸਭ ਦੀਆਂ ਆਪਣੀਆਂ ਨੇ, ਕੈਨੇਡਾ ਹੋਵੇ ਚਾਹੇ ਇੰਡੀਆ। ਅਚਾਨਕ ਉਹਦੇ ਅੰਦਰੋਂ ਦੁਬਕੇ ਬੈਠੇ ਉਹਦੇ ਬਾਬੇ ਨੇ ਹਿਲਜੁਲ ਕੀਤੀ। ਉਹਦੀ ਧਰਤੀ ਤੇ ਖੜਕਦੀ ਡਾਂਗ, ਲਾਲ ਅੱਖਾਂ ਚੋਂ ਨਿਕਲਦੀ ਲਾਟ, ਗਰਜਦਾ ਬੋਲ ਤੇ ਬੇਬੇ ਦੀਆਂ ਝੁਕੀਆਂ ਅੱਖਾਂ, ਸਭ ਕੁਝ ਜਿਵੇਂ ਉਹਦੇ ਸਾਹਮਣੇ ਉੱਭਰ ਆਇਆ। ਕੰਜਰ ਬਣ ਜਾਓ ਕੰਜਰ, ਅੱਛਾ, ਪਰ ਤੁਹਾਡੇ ਨਾਲੋਂ ਤਾਂ ਉਹ ਵੀ 20 ਨੇ। ਆਪਣੀਆਂ ਨੂੰ ਲੋਕਾਂ ਸਾਹਮਣੇ ਨਚਾ ਕੇ ਢਿੱਡ ਤੋੜਦੇ ਨੇ, ਆਪ ਤਾਂ ਨਹੀਂ ਖੇ ਖਾਂਦੇ। ਤੁਸੀਂ ਤਾਂ ਬਾਬੇ ਦੀਆਂ ਬੁੱਢੀਆਂ ਮੁੱਛਾਂ ਕੰਬੀਆਂ ਸਨ। ਬਾਪੂ ਤੂੰ ਤਾਂ ਗੱਲ ਵਧਾਈ ਜਾਣਾ ਲੱਸੀ ਵਾਂਗੂ। ਝੁਕੀਆਂ ਅੱਖਾਂ ਨੂੰ ਹੌਸਲੇ ਨਾਲ ਉਤਾਂਹ ਕਰਦਿਆਂ ਬਾਪੂ ਬੋਲਿਆ ਸੀ, ਤੈਨੂੰ ਦੱਸਿਆ ਤਾਂ ਹੈ ਬਈ ਸਭ ਕਾਗਜ਼ੀ ਹੈ। 2 ਅੱਖਰਾਂ ਨਾਲ ਸਰਬੰਧ ਤਾਂ ਨਹੀਂ ਬਦਲਦਾ। 3 ਸਾਲ ਬਾਅਦ ਸਭ ਉਵੇਂ ਹੋ ਜੂ। ਇੱਥੇ ਕਿਸੇ ਦੇ ਕੰਨ ਵਲੇਲ ਨਹੀਂ ਪੈਣ ਦੇਣੀ। ਪ੍ਰਾਹੁਣਾ ਤੇਰੇ ਸਾਹਮਣੇ ਕਹਿ ਕੇ ਗਿਆ। ਨਾਲੇ ਐਂ ਦੱਸ, ਜਦ ਰਹਿੰਦੇ ਸਿਆੜ ਵੀ ਬੇ ਹੋ ਗਏ, ਮੁੰਡਾ ਦਿਹਾੜੀਆਂ ਕਰਦਾ ਫਿਰੂ ਲੋਕਾਂ ਦੇ, ਫਿਰ ਕੁਛ ਜ਼ਿਆਦਾ ਇੱਜ਼ਤ ਬਣ ਜੂ ਤੇਰੀ। ਅੱਕ ਬਾਪੂ ਜੀ ਕੋਈ ਜਾਣ ਕੇ ਤਾਂ ਚੱਪਦਾ ਨਹੀਂ। ਓਟ ਨਾਲ ਢੋ ਲਾਈ ਖੜੀ ਬੇਬੇ ਰਤਾ ਕੋ ਉੱਚੇ ਘੁੰਡ 'ਚੋਂ ਬੋਲੀ ਸੀ ਤੇ ਬਾਬੇ ਦੀਆਂ ਅੱਖਾਂ ਝੁਕ ਗਈਆਂ ਸਨ। ਉਹ ਆਪਣੀ ਨੈਤਿਕਤਾ ਦੀ ਲੜਾਈ ਹਾਰ ਗਿਆ ਸੀ। ਘਰ 'ਚ ਲਗਾਤਾਰ ਕਲੇਸ਼ ਦਾ ਇਹ 5ਵਾਂ ਦਿਨ ਸੀ। ਪਹਿਲਾਂ ਵੀ ਕਈ ਦਿਨ ਸੁਰਬਲ ਜੀ ਹੁੰਦੀ ਰਹੀ ਸੀ, ਇੱਕ ਸਾਜ਼ਿਸ਼ ਵਾਂਗ, ਜਿਸ ਵਿੱਚ ਬਾਬੇ ਦੀ ਸ਼ਮੂਲੀਅਤ ਬਾਰੇ ਵਿਚਾਰ ਸਨ, ਵਿਰੋਧ ਸਨ, ਪਰ ਅਖੀਰ ਬੀਬੋ ਅਤੇ ਪ੍ਰਾਹੁਣੇ ਦੀ ਗੱਲ ਬਾਬੇ ਦੇ ਕੰਨੀ ਪੈ ਹੀ ਗਈ ਸੀ। ਬੀਬੋ ਸਤਵਿੰਦਰ ਹੋਰਾਂ ਦੀ ਸਭ ਤੋਂ ਵੱਡੀ ਭੈਣ ਸੀ। ਬਾਪੂ ਦੇ ਸ਼ਬਦਾਂ ਵਿੱਚ ਉਸ ਦੀ ਪਹਿਲੀ ਕਮਾਊ ਬਾਂਹ ਤੇ ਬਾਬੇ ਦੇ ਖਿਆਲਾਂ ਵਿੱਚ ਕੁੱਲ ਦਾ ਕਲੰਕ। ਪਰ ਬਾਬੇ ਲਈ ਤਾਂ ਕੱਲੀ ਬੀਬੋ ਕੀ, ਹਰ ਕੁੜੀ ਹੀ ਕੁੱਲ ਦਾ ਕਲੰਕ ਸੀ। ਭਾਵੇਂ ਉਸ ਦੇ ਆਪਣੇ ਕੋਈ ਕੁੜੀ ਨਹੀਂ ਸੀ, ਇੱਕੋ ਇੱਕ ਪੁੱਤਰ ਸੀ, ਪਰ ਫਿਰ ਵੀ ਉਸ ਦੀ ਕੁੜੀਆਂ ਨਾਲ ਖਾਨਦਾਨੀ ਚਿੜ ਸੀ।
ਸੱਤੇ ਕੇ ਲਾਣੇ ਨੂੰ ਕੁੜੀ ਮਾਰਾਂ ਦਾ ਲਾਣਾ ਕਿਹਾ ਜਾਂਦਾ ਸੀ। ਉਹਨਾਂ ਦੀਆਂ ਕਿੰਨੀਆਂ ਹੀ ਪਿਛਲੀਆਂ ਪੀੜ੍ਹੀਆਂ ਤੋਂ ਕੁੜੀ ਮਾਰਨ ਦਾ ਰਿਵਾਜ ਚੱਲਿਆ ਆ ਰਿਹਾ ਸੀ। ਤੇਰੇ ਬਾਬੇ ਦੀਆਂ ਵੀ 2 ਭੈਣਾਂ ਜੰਮਦੀਆਂ ਹੀ ਮਾਰਤੀਆਂ ਤੀ। ਬੇਬੇ ਨੇ ਇੱਕ ਵਾਰ ਦੱਸਿਆ ਸੀ, ਉਦੋਂ ਸ਼ਾਇਦ ਕਿਸੇ ਨੇ ਸੱਤੇ ਨੂੰ ਕੁੜੀ ਮਾਰ ਕਹਿ ਕੇ ਮਹਿਣਾ ਮਾਰਿਆ ਸੀ। ਪਰ ਕਿਉਂ? ਸੱਚ ਸੱਤੇ ਦੇ ਨਿਗਰਿਆ ਨਹੀਂ ਸੀ। ਬਸ ਐਵੇਂ ਸਰਦਾਰੀ ਅਖੇ ਕਿਸੇ ਨੂੰ ਧੀ ਦੇਣੀ ਪਊ, ਜਵਾਈ ਬਣਾਉਣਾ ਪਊ। ਤੇ ਕੁੜੀ ਦੱਬਣ ਦੇ ਬੇਰਹਿਮ ਢੰਗ ਨੇ ਸੱਤੇ ਦੀ ਨਿਰਛਲ ਰੂਹ ਕੰਬਾ ਦਿੱਤੀ ਸੀ। ਦਾਈ ਦੇ ਇਹ ਦੱਸਣ ਸਾਰ ਹੀ ਕਿ ਕੁੜੀ ਹੋਈ ਹੈ, ਕੁੜੀ ਦੇ ਅੰਤਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਕੋਰੀ ਤੌੜੀ, ਗੁੜ ਦੀ ਰੋੜੀ ਤੇ ਰੂੰ ਦੀ ਪੂਣੀ ਹੱਥੋਂ ਹੱਥ ਇਕੱਠੀਆਂ ਹੋ ਜਾਂਦੀਆਂ। ਘਰ ਦਾ ਵੱਡਾ ਬਜ਼ੁਰਗ ਕੁੜੀ ਨੂੰ ਤੌੜੀ ਵਿੱਚ ਪਾਏ ਕਣਕ ਤੇ ਛੋਲਿਆਂ ਦੇ ਦਾਣਿਆਂ ਉੱਪਰ ਪਾਉਂਦਾ। ਕੁੜੀ ਦੇ ਇੱਕ ਹੱਥ ਗੁੜ ਦੀ ਰੋੜੀ ਤੇ ਦੂਜੇ ਹੱਥ ਰੂੰ ਦੀ ਪੂਣੀ ਫੜਾ ਦਿੱਤੀ ਜਾਂਦੀ। ਗਿੱਲੀ ਮਿੱਟੀ ਲਾ ਕੇ ਚੱਪਣੀ ਨਾਲ ਤੌੜੀ ਦਾ ਮੂੰਹ ਬੰਦ ਕਰਨ ਤੋਂ ਪਹਿਲਾਂ ਬਕਾਇਦਾ ਕੁੜੀ ਨੂੰ ਸੁਣਾ ਕੇ ਕਿਹਾ ਜਾਂਦਾ, ਗੁੜ ਖਾਈ ਪੂਣੀ ਕੱਤੀ, ਆਪ ਨਾ ਆਈ ਵੀਰ ਨੂੰ ਕੱਤੀ। ਤੇ ਇਸ ਤਰ੍ਹਾਂ ਵੀਰ ਦੇ ਆਉਣ ਤੱਕ ਪੀੜ੍ਹੀ ਦਰ ਪੀੜ੍ਹੀ ਹਰ ਕੁੜੀ ਗੁੜ ਖਾਂਦੀ ਤੇ ਆਪਣੇ ਹਿੱਸੇ ਦੀ ਪੂਣੀ ਕੱਤਦੀ ਰਹਿੰਦੀ। ਸੱਤੇ ਦੇ ਬਾਪੂ ਨੇ ਹੀ ਖਾਨਦਾਨੀ ਲੀਹ ਭੰਨੀ ਸੀ। ਬੀਬੋ ਦੇ ਜਨਮ ਤੋਂ ਪਹਿਲਾਂ ਹੀ ਕਿਸੇ ਸੁਭਾਵਕ ਚੱਲੀ ਚਰਚਾ ਦੌਰਾਨ ਜੇ ਕੁੜੀ ਹੋਈ ਤਾਂ ਵੀ ਕੋਈ ਨਹੀਂ ਦਾ ਐਲਾਨ ਕਰ ਦਿੱਤਾ। ਤੇ ਫਿਰ ਬੀਬੋ ਦੇ ਜਨਮ ਤੋਂ ਬਾਅਦ ਵਰ੍ਹਿਆਂ ਪਿੱਛੋਂ ਕੁੜੀ ਮਾਰਾਂ ਦੇ ਵਿਹੜੇ ਵਿੱਚੋਂ ਕੋਰੀ ਤੌੜੀ ਦੀ ਥਾਂ ਕਿਸੇ ਬੱਚੀ ਦੀਆਂ ਕਿਲਕਾਰੀਆਂ ਬਾਹਰ ਆਈਆਂ ਸਨ। ਮਾਂ ਬਾਹਰ ਵਧੀ ਸੀ, ਚੌਂਕੇ ਚੜੀ ਸੀ। ਪਰ ਫਿਰ ਜਿਵੇਂ ਪਿਛਲੀ ਸਦੀ ਦੀਆਂ ਸਾਰੀਆਂ ਤੌੜੀਆਂ ਦੇ ਮੂੰਹ ਖੁੱਲ੍ਹ ਗਏ ਸਨ। ਬੀਬੋ ਤੋਂ ਬਾਅਦ 4 ਕੁੜੀਆਂ ਉੱਪਰੋਂ ਥਲੀ ਹੋਰ ਜੰਮੀਆਂ, ਜਿਨ੍ਹਾਂ 'ਚੋਂ 2 ਤਾਂ ਸੁੱਖ ਨਾਲ ਬੜੀ ਮਾਤਾ ਦੀ ਭੇਟ ਹੋ ਗਈਆਂ ਤੇ ਬੀਬੋ ਸਮੇਤ 3 ਰੱਬ ਤੋਂ ਸਾਰੀ ਉਮਰ ਦੇ ਮਾਪੇ ਇੱਕ ਵੀਰ ਦੀ ਝੋਲੀ ਅੱਡ-ਅੱਡ ਮੰਗ ਕਰਦੀਆਂ ਰਹੀਆਂ। ਰਤਨ ਸਿਉ ਪਰਮਾਤਮਾ ਦਾ ਭਾਣਾ ਮੰਨਣ ਲਈ ਤਿਆਰ ਸੀ, ਪਰ ਗਿਆਨ ਕੌਰ ਦੀ ਪੁੱਤਰ ਦੀ ਰੀਸ ਮੱਧਮ ਨਾ ਪਈ। 14 ਵਰ੍ਹਿਆਂ ਦੀ ਬੀਬੋ ਨੂੰ ਰੱਬ ਨੇ ਇੱਕ ਭੈਣ ਹੋਰ ਭੇਜ ਦਿੱਤੀ। ਹੈਵਰਕ ਪਾਰਕ ਤੋਂ ਟਰਨ ਕਰਦਿਆਂ ਸੱਤੇ ਦੇ ਛੋਟੀ ਭੈਣ ਦੇ ਜਨਮ ਵੇਲੇ ਦੀ ਬਾਪੂ ਦੀ ਦੱਸੀ ਇੱਕ ਗੱਲ ਚੇਤੇ ਆ ਗਈ। ਰਤਨ ਸਿਉ ਦਾਈ ਨੂੰ ਲਿਆ ਕੇ ਵਿਹੜੇ ਵਿੱਚ ਬੈਠਾ ਸੀ। ਪਿੰਡ ਦੀਆਂ 2-3 ਹੋਰ ਬੁੜੀਆਂ ਵੀ ਅੰਦਰ ਸਨ। ਬੀਬੋ ਸਿਆਣੀ ਸੀ, ਬਾਪੂ ਤੋਂ ਪਰੇ ਰਸੋਈ ਵਜੋਂ ਵਰਤੀ ਜਾਂਦੀ ਡਿਉੜੀ ਵਿੱਚ ਪਾਣੀ ਦੁੱਧ ਆਦਿ ਕਰਨ ਦੇ ਆਹਰ ਲੱਗੀ ਹੋਈ ਸੀ। ਪਰ ਛੋਟੀਆਂ ਦੋਵੇਂ ਰਤਨ ਸਿਉ ਦੇ ਗੋਡੇ ਮੋਢੇ ਝੂਲਦੀਆਂ, ਮਨੋ ਮਨੀ ਕੁਝ ਸਮਝਦੀਆਂ ਵੀ ਖਾਮੋਸ਼ ਸਨ। ਰਤਨ ਸਿਉ ਵੀ ਸ਼ਾਇਦ ਕੋਈ ਸੁੱਖ ਦਾ ਅੱਖਾਂ ਵਿੱਚ ਹੀ ਬੈਠਾ ਸੀ ਕਿ ਅਚਾਨਕ ਅੰਦਰੋਂ ਬੁੜੀਆਂ ਓ ਹੋ ਰਾਮ ਰਾਮ, ਭਾਈ ਉਹਦੀ ਰਜਾ, ਵਾਹਿਗੁਰੂ ਦੀਆਂ ਆਵਾਜ਼ਾਂ ਬੰਦ ਦਰਵਾਜ਼ੇ ਦੀਆਂ ਚੀਥਾਂ ਰਾਹੀਂ ਦੇਲੀ ਟੱਪ ਆਈਆਂ। ਤਾਂ ਰਤਨ ਸਿਉ ਨੇ ਅੱਖਾਂ ਖੋਲ੍ਹ ਕੇ ਕੁਝ ਸਮਝਣ ਤੋਂ ਪਹਿਲਾਂ ਹੀ ਵਿਚਕਾਰਲੀ ਮਾੜੋ ਬੋਲੀ ਸੀ, ਬਾਪੂ ਪਤਾ ਬੁੜੀਆਂ ਹੋਏ ਕਾਤੋਂ ਕਰਦੀਆਂ? ਸਾਡੇ ਕੋਈ ਵੀਰ ਨਹੀਂ ਨਾ, ਭੈਣ ਹੀ ਹੋਰ ਆ ਗਈ ਹੋਣੀ ਹੈ। ਉਦੋਂ ਤਾਂ ਪਤਾ ਨਹੀਂ ਮਨ ਦੀ ਕੀ ਹਾਲਤ ਹੋਵੇ, ਪਰ ਮਾੜੋ ਦੀ ਸੁਭਾਵਕ ਕਹੀ ਗੱਲ ਦੁਹਰਾਉਣ ਲੱਗਿਆਂ ਬਾਪੂ ਹੁਣ ਵੀ ਅੱਖਾਂ ਭਰ ਲੈਂਦਾ ਸੀ। ਇਸ ਤਰ੍ਹਾਂ ਪੁੱਤਰ ਲੱਭਦਿਆਂ ਰਤਨ ਸਿਉ ਨੇ ਕੁੜੀਆਂ ਨਾਲ ਵਿਹੜਾ ਭਰ ਲਿਆ। ਭਾਈ ਇਆਂ ਤਾਂ ਰੱਬ ਚੰਗੀ ਚੀਜ਼ ਦੇ ਕੇ ਕਲੇਜਾ ਠੰਡਾ ਕਰੇ, ਨਹੀਂ ਕਾਹਨੂੰ ਵਿਚਾਰੀ ਦੀ ਇਹ ਰੱਤ ਸੁਕਾਈ ਜਾਂਦਾ। ਮਰਨੇ ਪਰਨੇ ਤੇ ਬੈਠੀਆਂ ਬੁੜੀਆਂ ਗਿਆਨ ਕੌਰ ਨਾਲ ਹਮਦਰਦੀ ਜ਼ਾਹਰ ਕਰਦੀਆਂ। ਆਪਣਾ ਰਤਨ ਸਿਉ ਤਾਂ ਰੱਬ ਦੀ ਨਾਂਹ ਕਰਾਉਣ ਖੇਡਣ ਲੱਗਿਆ, ਬਈ ਦੇ ਮੁੰਡਾ ਨਹੀਂ ਤਾਂ ਐਕਣੇ ਕਰੂ। ਸੱਥ 'ਚ ਬੈਠੀ ਮੁੰਡੀਰ ਰਤਨ ਸਿਉ ਦੀ ਹੋਣੀ ਨੂੰ ਮਜ਼ਾਕ ਕਰਦੀ, ਅਜੇ ਹੋਰ ਚਾਂਸ ਦੇਖੂ ਪਿਓ ਦਾ ਪੁੱਤ ਇੱਥੇ ਹੀ ਦੇਖ ਲਈ। ਤੇ ਸੱਚ ਹੀ ਬੀਬੋ ਦੇ ਮੰਗਣੇ ਵਾਲੇ ਸਾਲ ਗਿਆਨ ਕੌਰ ਦੀ ਕੁੱਖ ਨੂੰ ਭਾਗ ਲੱਗੇ। ਸਤਵਿੰਦਰ ਜਨਮਿਆ, ਵਧਾਈਆਂ ਵੰਡੀਆਂ ਗਈਆਂ, ਗਿੱਧੇ ਪਾਏ ਗਏ ਤੇ ਹਰ ਅੰਗ ਸਾਕ ਦੀ ਚੁਗਾਟ ਬੰਦ ਨਿਵਾਰਾਂ ਨਾਲ ਸ਼ਿੰਗਾਰੀ ਗਈ। ਪਲੀਜ਼ ਕੀਪ ਦਾ ਸਾਈਡ, ਅਦਰਵਾਈਜ਼ ਚੇਂਜ ਦਾ ਲੈਨ। ਬਰਾਬਰੋਂ ਆਈ ਗੋਰੇ ਦੀ ਗੱਡੀ 'ਚੋਂ ਬੋਲ ਇੱਟ ਵਾਂਗ ਸੱਤੇ ਦੇ ਮੱਥੇ ਲੱਗੇ। ਖਿਆਲਾਂ 'ਚ ਖੋਇਆ ਉਹ ਗੱਡੀ ਬਹੁਤ ਹੌਲੀ ਲਈ ਜਾ ਰਿਹਾ ਸੀ। ਚਿਹਰੇ ਤੇ ਤੈਰ ਆਈਆਂ ਪਸੀਨੇ ਦੀਆਂ ਬੂੰਦਾਂ ਉਹਨੂੰ ਬਹੁਤ ਅਜੀਬ ਲੱਗੀਆਂ। ਅਚਾਨਕ ਉਸਨੂੰ ਥਕੇਵਾ, ਇੱਕ ਤੋਟ ਜਿਹੀ ਮਹਿਸੂਸ ਹੋਈ। ਖਿਆਲ ਆਇਆ ਖੁਸ਼ਵਿੰਦਰ ਨੂੰ ਹੀ ਫੋਨ ਕਰ ਲਵੇ, ਅਜੇ ਘਰ ਹੀ ਹੋਵੇਗੀ। ਹੈਵਰਕ ਪਾਰਕ ਦੇ ਗੱਡੀ ਪਾਰਕ ਕਰਕੇ ਉਹ ਟੈਲੀਫੋਨ ਬੂਥ ਵਿੱਚ ਜਾ ਵੜਿਆ। 25 ਸੈਂਟ ਦਾ ਸਿੱਕਾ ਹੱਥ ਫੜਦਿਆਂ ਉਸ ਘਰ ਦਾ ਨੰਬਰ ਡਾਇਲ ਕੀਤਾ ਤਾਂ ਕੁਝ ਦੇਰ ਬੈਲ ਜਾਣ ਤੋਂ ਬਾਅਦ ਫੋਨ ਚੁੱਕ ਲਿਆ ਗਿਆ। ਹੈਲੋ, ਖੁਸ਼ਵਿੰਦਰ ਦਿਸ ਸਾਈਡ। ਚੋਗਾ ਕੰਨ ਨੂੰ ਲਾਈ। ਉਹ ਸਿੱਕਾ ਪਾਉਣ ਤੋਂ ਪਹਿਲਾਂ ਕੁਝ ਦੇਰ ਠਿਠਕਿਆ। ਕੁਝ ਅਜੀਬ ਜਿਹਾ ਮਹਿਸੂਸ ਹੋਇਆ, ਦਿਲ ਜਿਵੇਂ ਕੰਬ ਕੇ ਰੁਕ ਗਿਆ ਹੋਵੇ ਤੇ ਫੋਨ ਕੱਟਿਆ ਗਿਆ। ਸੱਤੇ ਨੂੰ ਬੜਾ ਅਜੀਬ ਮਹਿਸੂਸ ਹੋਇਆ।
ਨਾ ਕਦਮ ਬੂਥ 'ਚੋਂ ਬਾਹਰ ਨਿਕਲਦੇ ਸਨ ਤੇ ਨਾ ਦੁਬਾਰਾ ਫੋਨ ਵੱਲ ਵੱਧਦੇ ਸਨ। ਦਿਲ ਥੰਮ ਅਸਪਸ਼ਟ ਜਿਹੇ ਵੇਗ 'ਚ ਉਸਨੇ ਦੁਬਾਰਾ ਡਾਇਲ ਕੀਤਾ ਤਾਂ ਖੁਸ਼ਵਿੰਦਰ ਸੁਣਨ ਤੋਂ ਪਹਿਲਾਂ ਹੀ ਸਿੱਕਾ ਹੱਥੋਂ ਤਿਲਕ ਗਿਆ। ਮੈਂ ਸਤਵਿੰਦਰ ਬੋਲਦਾ। ਖੁਸ਼, ਹਾਊ ਆਰ ਯੂ? ਕੁਆਇਟ ਵੈਲ। ਪਰ ਸੱਤੇ ਨੂੰ ਫੋਨ 'ਚੋਂ ਆਉਂਦੀ ਆਵਾਜ਼ ਸਾਫ਼ ਕੰਬਦੀ ਮਹਿਸੂਸ ਹੋਈ। ਖੁਸ਼, ਤੈਨੂੰ ਮੰਮੀ ਡੈਡੀ ਵੱਲੋਂ ਕੋਈ ਕਾਲ ਆਈ ਹੈ? ਹਾਂ, ਤੇਰੀ ਪਹਿਲੀ ਕਾਲ ਤੋਂ 10 ਕੁ ਮਿੰਟ ਪਹਿਲਾਂ। ਫੋਨ ਕੱਟਦੇ ਸਾਰ ਹੀ ਮੈਂ ਸਮਝ ਗਈ ਸੀ ਤੂੰ ਹੋਵੇਂਗਾ। ਕੀ ਕਿਹਾ ਉਹਨਾਂ ਨੇ? ਸੱਤੇ ਨੇ ਆਪਣੇ ਫੋਨ ਕੱਟ ਜਾਣ ਦੀ ਗੱਲ ਨੂੰ ਅਣਸੁਣੀ ਕਰਦਿਆਂ ਕਿਹਾ। ਲੇਖਰਾਜ ਅੰਕਲ ਦੇ ਪਹੁੰਚਣਾ 12 ਨੂਨ ਤੱਕ। ਸੱਤੇ ਨੂੰ ਆਵਾਜ਼ ਪਹਿਲਾਂ ਨਾਲੋਂ ਦ੍ਰਿੜ ਤੇ ਸਪਸ਼ਟ ਜਾਪੀ। ਫਿਰ ਕੀ ਜਾਵਾਂਗੇ, ਹੋਰ ਕੀ? ਸੱਤਾ ਖਾਮੋਸ਼ ਰਿਹਾ। ਆਵਾਜ਼ ਫੇਰ ਆਈ, ਜਿਵੇਂ ਕਿਸੇ ਨੇ ਆਪਣੇ ਆਪ ਨਾਲ ਹੀ ਗੱਲ ਕੀਤੀ ਹੋਵੇ। ਸੱਤੇ, ਊਂ ਤੈਨੂੰ ਐ ਨਹੀਂ ਲੱਗਦਾ ਜਿਵੇਂ ਆਪਾਂ ਸੂਰਜ ਤੋਂ ਅੱਖ ਬਚਾ ਕੇ ਉਹਦੀ ਪਿੱਠ ਵੇਖਣ ਨੂੰ ਫਿਰਦੇ ਹੋਈਏ? ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ। ਇਸ ਤੋਂ ਪਹਿਲਾਂ ਕਿ ਸੱਤਾ ਗੱਲ ਦੇ ਸਾਰੇ ਅਰਥ ਸਮਝ ਲੈਂਦਾ, ਫੋਨ ਕੱਟ ਗਿਆ। ਸੂਰਜ ਦੀ ਪਿੱਠ ਹੀ ਉਹਦੇ ਸਾਹਮਣੇ ਪ੍ਰਸ਼ਨ ਚਿੰਨ੍ਹ ਬਣ ਕੇ ਟੰਗੀ ਰਹਿ ਗਈ, ਜਿਵੇਂ 4 ਕੁ ਸਾਲ ਪਹਿਲਾਂ ਬਾਪੂ ਸਾਹਮਣੇ ਬੀਬੋ ਦੀ ਅਜੀਬ ਪੇਸ਼ਕਸ਼ ਟੰਗੀ ਗਈ ਸੀ। ਛੋਟੀ ਤੋਂ ਵੱਡੀ ਰਾਣੀ ਦਾ ਵਿਆਹ ਅਟੈਂਡ ਕਰਨ ਕੈਨੇਡਾ ਤੋਂ ਆਏ ਬੀਬੋ ਅਤੇ ਪ੍ਰਾਹੁਣਾ ਇਸ ਵਾਰ 2 ਮਹੀਨੇ ਦੇ ਕਰੀਬ ਇੰਡੀਆ ਰਹੇ। ਵਿਆਹ ਵਿੱਚ ਵੀ ਪ੍ਰਾਹੁਣੇ ਨੇ ਬਹੁਤ ਮਦਦ ਕੀਤੀ। ਕਾਰਨ ਵੀ ਸਪਸ਼ਟ ਸੀ। ਅੱਜ ਭਾਵੇਂ ਉਹ ਕੁਝ ਬਣ ਗਏ ਸਨ, ਪਰ ਬੀਬੋ ਦੇ ਵਿਆਹ ਵੇਲੇ ਉਹਨਾਂ ਦਾ ਕੰਮ ਸਾਰਵਾਰਾ ਹੀ ਸੀ। ਵੇਖਣ ਆਏ ਘੱਟ ਜ਼ਮੀਨ ਦਾ ਨਾਂ ਸੁਣਦਿਆਂ ਹੀ ਤਿੜਕ ਜਾਂਦੇ, ਪਰ ਰਤਨ ਸਿਉ ਨੇ ਛਪਾਰ ਦੇ ਮੇਲੇ ਤੇ ਮਿੱਟੀ ਕੱਢਣ ਗਏ ਪ੍ਰਾਹੁਣੇ ਦੇ ਬਾਪ ਨਾਲ ਪਾਈ ਮਿੱਤਰਤਾ ਦੀ ਲੱਜ ਪਾਲੀ ਸੀ। ਉਸ ਤੇ ਪਹਿਲੀ ਵਾਰ ਗੱਲ ਚਲਾਉਣ ਤੇ ਹੀ ਰਤਨ ਸਿਉ ਨੇ ਹਾਂ ਕਹਿ ਦਿੱਤੀ ਸੀ। ਵਿਆਹ ਭਾਵੇਂ ਸਰਦਾ ਪੁੱਜਦਾ ਹੀ ਕੀਤਾ ਸੀ, ਪਰ ਪ੍ਰਾਹੁਣੇ ਦੇ ਕੈਨੇਡਾ ਜਾਣ ਵੇਲੇ ਏਜੰਟ ਦੇ ਹੱਥ 30,000 ਰਤਨ ਸਿਉ ਨੇ ਆਪਣਾ ਅੱਧ-ਬਾੜਾ ਬੈ ਕਰਕੇ ਧਰਿਆ ਸੀ। ਹੁਣ ਉਹ ਰੰਗੀ ਵਸਦੇ ਸਨ। ਦੋਵੇਂ ਜੀ ਓਟਾਵਾ ਵਿੱਚ ਨੌਕਰੀ ਕਰਦੇ ਸਨ ਤੇ ਸੱਤੇ ਤੋਂ 3 ਕੁ ਸਾਲ ਛੋਟੀ ਉਹਨਾਂ ਦੀ ਧੀ ਖੁਸ਼ਵਿੰਦਰ ਐਡਮੰਡ ਵਿੱਚ ਸਟੋਰ ਕੀਪਰ ਸੀ। ਪਰ ਰਤਨ ਸਿਉ ਦੀ ਸਰਦਾਰੀ ਬਹੁਤ ਹੱਦ ਤੱਕ ਖੁਰ ਚੁੱਕੀ ਸੀ। ਕੁੜੀਆਂ ਦੇ ਬੜੇ ਘਰੀ ਕੀਤੇ ਵਿਆਹ ਤੇ ਪੰਚਾਇਤ ਨਾਲ ਸ਼ਾਮਲਾਟ ਦਾ ਚੱਲਿਆ ਝਗੜਾ 5 ਚੋਂ 2.5 ਏਕੜ ਖਾ ਗਿਆ ਸੀ। ਰਹਿੰਦੇ 2.5 ਏਕੜ ਰੋਟੀ ਦੇਣ ਤੋਂ ਅਸਮਰੱਥ ਸਨ। ਸਤਵਿੰਦਰ ਨੂੰ ਵੀ 10ਵੀਂ ਤੋਂ ਬਾਅਦ ਪੜ੍ਹਾਉਣ ਦਾ ਸੁਪਨਾ ਪੂਰਾ ਨਹੀਂ ਸੀ ਹੋ ਸਕਿਆ। ਉਸਨੇ ਲੋਨ ਲੈ ਕੇ 3 ਮੱਝਾਂ ਰੱਖੀਆਂ ਸਨ। ਦੁੱਧ ਦਾ ਧੰਦਾ ਬਹੁਤ ਹੱਦ ਤੱਕ ਘਰ ਦਾ ਖਰਚ ਤੋੜਦਾ ਸੀ, ਪਰ 2 ਜਾੜਾਂ ਦੀ ਕਮਾਈ, ਜਿਵੇਂ ਸਿਆਣੇ ਕਹਿੰਦੇ ਨੇ, ਜੀਵਨ ਦਾ ਘੱਟੋ ਘੱਟ ਪੱਧਰ ਵੀ ਔਖ ਨਾਲ ਬਣਾਈ ਰੱਖ ਸਕਦੀ ਸੀ। ਸਤਵਿੰਦਰ ਦੀਆਂ ਕੋਮਲ ਭਾਵਨਾਵਾਂ ਮੱਝਾਂ ਦੇ ਖੁਰਾਂ ਹੇਠ ਕਰੀ ਹੋ ਕੇ ਰਹਿ ਗਈਆਂ ਸਨ। ਕਿਸੇ ਸ਼ਾਨਦਾਰ ਜੀਵਨ ਦੀ ਕਲਪਨਾ ਹਰ ਸ਼ਾਮ ਟੋਕਾ ਮਸ਼ੀਨ 'ਚ ਕੁਤਰੀ ਜਾਂਦੀ। ਜ਼ਿੰਦਗੀ ਨਾਲ ਸਾਹਮਣਿਓਂ ਟੱਕਰਨ ਦੀ ਖਾਹਿਸ਼ ਧਾਰ ਚੋਂਦੇ ਹੱਥਾਂ ਦੀ ਜੁੰਬਸ਼ 'ਚ ਘੁੱਟ ਕੇ ਰਹਿ ਜਾਂਦੀ। ਬੀਬੋ ਤੇ ਪ੍ਰਾਹੁਣਾ ਵੀ ਇਸ ਤੇ ਕਿੰਨੀ ਦੇਰ ਵਿਚਾਰ ਕਰਦੇ ਰਹੇ। ਪੱਛਮੀ ਦੇਸ਼ਾਂ ਨੇ ਕਿਸੇ ਵੀ ਕਿਸਮ ਦੀ ਐਂਟਰੀ ਤੇ ਲਾਈ ਪਾਬੰਦੀ ਸਖਤ ਕਰ ਦਿੱਤੀ ਸੀ। ਜਾਲੀ ਪਾਸਪੋਰਟਾਂ ਰਾਹੀਂ ਭੇਜੇ ਏਜੰਟਾਂ ਦੇ ਬੰਦੇ ਧੜਾਧੜ ਡਿਪੋਰਟ ਹੋ ਰਹੇ ਸਨ। ਕੈਨੇਡਾ ਵਿੱਚ ਵਿਆਹ ਤੋਂ ਬਿਨਾਂ ਜਾਣਾ ਸੰਭਵ ਨਹੀਂ ਸੀ ਤੇ ਵਿਆਹ ਦਾ ਜੁਗਾੜ ਸੱਤੇ ਦੀ ਥੋੜ੍ਹੀ ਪੜ੍ਹਾਈ ਰੋਕੀ ਖੜੀ ਸੀ। ਬਹੁਤ ਸ਼ਸ਼ੋਪੰਜ ਤੇ ਦੁਬਦਾ ਦੁਚਿੱਤੀ ਤੋਂ ਬਾਅਦ ਉਹਨਾਂ ਰਤਨ ਸਿਉ ਨਾਲ ਗੱਲ ਕਰਨ ਦਾ ਮਨ ਬਣਾਇਆ। ਕੈਨੇਡਾ ਵਾਪਸ ਜਾਣ ਤੋਂ 10 ਕੁ ਦਿਨ ਪਹਿਲਾਂ ਮਿਲਣ ਆਇਆਂ ਨੇ ਗੱਲ ਕੀਤੀ ਸਤਵਿੰਦਰ ਤੇ ਖੁਸ਼ਵਿੰਦਰ ਦੇ ਕਾਗਜ਼ੀ ਵਿਆਹ ਦੀ ਗੱਲ। ਇੱਧਰੋਂ ਤਸਦੀਕ ਹੋਈ। ਕੋਰਟ ਮੈਰਿਜ ਨੇ ਸਤਵਿੰਦਰ ਨੂੰ ਕੈਨੇਡਾ ਵੜਦਾ ਕਰ ਦੇਣਾ ਸੀ ਤੇ 3 ਸਾਲਾਂ ਬਾਅਦ ਇਮੀਗ੍ਰੇਸ਼ਨ ਮਿਲਣ ਤੋਂ ਬਾਅਦ ਕੈਨੇਡਾ ਦੇ ਕਾਨੂੰਨ ਕਿਸੇ ਵੀ ਪ੍ਰਵਾਸੀ ਨੂੰ ਤਲਾਕ ਦੀ ਇਜਾਜ਼ਤ ਦਿੰਦੇ ਸਨ। ਗਿਆਨ ਕੌਰ ਤਿਆਰ ਸੀ, ਪਰ ਰਤਨ ਸਿਉ ਨੂੰ ਇੱਕ ਹੋਰ ਅਨਰਥ ਲੱਗਿਆ। ਨਾ ਭਾਈ ਬੀਬਾ, ਉਹ ਸਮਝਾਉਣ ਦੀ ਸੁਰ 'ਚ ਬੋਲਿਆ, ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ? ਇਹ ਕਲੰਕ ਤਾਂ ਕਦੰਤ ਨਹੀਂ ਲੈਣਾ। ਅਮੀਰੀ ਗਰੀਬੀ ਤਾਂ ਲਹਿੰਦੇ ਚੜ੍ਹਦੇ ਤੇ ਪਰਛਾਵੇਂ ਨੇ। ਮਾਇਆ ਹੱਥਾਂ ਦੀ ਮੈਲ, ਆਪਾਂ ਨਹੀਂ ਇਹ ਪਾਪ ਕਮਾਉਣਾ। ਐਡਾ ਅਨਰਥ, ਮਾਮਾ ਭਾਣਜੀ ਦਾ ਵਿਆਹ, ਨਾ ਚੜ੍ਹਦੇ ਨਾ ਲਹਿੰਦੇ, ਨਾ ਬਾਈ। ਪਰ ਪ੍ਰਾਹੁਣੇ ਦੀ ਦਲੀਲ ਨਾਲ ਕੀਤੀ ਗੱਲ ਨੇ ਉਹਨੂੰ ਪਹਿਲਾਂ ਸੋਚਣ ਤੇ ਫਿਰ ਮੰਨਣ ਲਈ ਮਜਬੂਰ ਕਰ ਦਿੱਤਾ ਸੀ। ਉਸ ਘਰ ਦੇ ਭਵਿੱਖ ਲਈ ਵਰਤਿਆ ਜਾ ਸਕਣ ਵਾਲਾ ਇਹ ਆਖਰੀ ਹਥਿਆਰ ਸੀ। ਘੁੱਟ ਤਾਂ ਜ਼ਰੂਰ ਜ਼ਹਿਰ ਦੀ ਸੀ, ਪਰ ਕੇਰਾਂ ਪੀਤੀ ਸੰਕਟ ਮੋਚਨ ਸਿੱਧ ਹੋਣੀ ਸੀ। ਉੱਤੋਂ ਪ੍ਰਾਹੁਣੇ ਨੇ ਨੇੜੇ ਪ੍ਰੀਹੇ ਤੋਂ ਹੀ ਕਈ ਕੇਸ ਗਣਵਾ ਦਿੱਤੇ। ਕਿਤੇ ਭੈਣ ਭਰਾ ਇੱਕ ਥਾਂ, ਪਾਪ ਧੀ ਵੀ ਕਾਗਜ਼ੀ ਵਿਆਹ ਰਾਹੀਂ ਵਿਦੇਸ਼ ਅੱਪੜੇ ਸਨ। ਜਿਨ੍ਹਾਂ ਦੇ ਘਰੇ ਕਦੇ ਰੋਟੀ ਨਹੀਂ ਸੀ ਪੱਕਦੀ, ਹੁਣ ਹਵੇਲੀਆਂ ਮੁਰੱਬਿਆਂ ਦੇ ਮਾਲਕ ਬਣੇ ਬੈਠੇ ਸਨ। ਜਿਹੜੇ ਲੋਕ ਪਹਿਲਾਂ ਵੱਧ-ਵੱਧ ਗੱਲਾਂ ਕਰਦੇ, ਹੁਣ ਮਿਲਣ ਆਇਆਂ ਦੀ ਦੋਵੇਂ ਵਕਤ ਹਾਜ਼ਰੀ ਭਰਦੇ ਸਨ। ਰਤਨ ਸਿਉ ਦੇ ਗੱਲ ਸਮਝ ਲੱਗ ਗਈ ਸੀ। ਉਸ ਤਾਂ ਦੇਖ ਲਓ ਭਾਈ, ਤੁਹਾਡੀ ਮਰਜ਼ੀ ਹੈ, ਫਿਰ ਆਖ ਕੇ ਹਾਮੀ ਭਰ ਦਿੱਤੀ ਸੀ। ਪਰ ਸੱਤੇ ਦੇ ਬਾਬੇ ਦਾ ਵਿਰੋਧ ਤਾਂ ਕੇਰਾ ਅਸਮਾਨੀ ਚੜ੍ਹਿਆ ਸੀ। ਤੁਹਾਡੀ ਮੱਤ ਤਾਂ ਨਹੀਂ ਮਾਰੀ ਗਈ, ਮੈਂ ਕਹਿਣਾ।
ਤੋਂ ਲੈ ਕੇ ਕੰਜਰ ਤੱਕ ਦੇ ਉਪਨਾਮ ਵੀ ਉਸਨੂੰ ਉਹਨਾਂ ਲਈ ਛੋਟੇ ਲੱਗੇ ਸਨ। ਪਰ ਰਤਨ ਸਿਉ ਨੇ ਜਰਾ ਸਖਤ ਦਲੀਲ ਤੇ ਸੁਰ ਵਿੱਚ ਉਸਦਾ ਵਿਰੋਧ ਵੀ ਦਬਾ ਦਿੱਤਾ ਸੀ ਤੇ ਸਤਵਿੰਦਰ 1 ਸਾਲ ਬਾਅਦ ਕੈਨੇਡਾ ਪਹੁੰਚ ਗਿਆ। ਐਕਸਕਿਊਜ਼ ਮੀ, ਆਖਦੀ ਜਨਾਨਾ ਆਵਾਜ਼ ਸੁਣ ਕੇ ਫੋਨ ਕੰਨ ਨਾਲ ਲਾਈ ਖੜਾ ਸੱਤਾ ਤਰਬਕ ਗਿਆ। ਥੋੜਾ ਸ਼ਰਮਸ਼ਾਰ ਵੀ ਹੋਇਆ। ਅੱਜ ਇਹ ਦੂਸਰੀ ਵਾਰ ਹੋਇਆ ਸੀ। ਉਹ ਆਪਣੇ ਆਪ ਵਿੱਚ ਕਿਤੇ ਇੰਨਾ ਡੂੰਘਾ ਉਤਰਿਆ ਸੀ ਕਿ ਕਿਸੇ ਹੋਰ ਨੂੰ ਹੀ ਚੁਕਾਉਣਾ ਪਿਆ ਸੀ। ਕਾਰ ਚਲਾਉਂਦੇ ਐਬਸੈਂਟ ਹੋਣਾ ਖਤਰਨਾਕ ਸੀ ਤੇ ਫੋਨ ਕੰਨ ਨਾਲ ਲਾਈ ਖੜੇ ਰਹਿਣਾ ਸ਼ਰਮਨਾਕ। ਸੱਤੇ ਨੂੰ ਆਪਣੇ ਵਿਵਹਾਰ ਦੀ ਫਿਰ ਸਮਝ ਨਹੀਂ ਸੀ ਆਈ। ਖੁਸ਼ਵਿੰਦਰ ਦਾ ਬੋਲਿਆ ਵਾਕ ਅਜੇ ਵੀ ਕਿਤੇ ਜ਼ਿਹਨ 'ਚ ਅਟਕਿਆ ਪਿਆ ਸੀ। ਵਕੀਲ ਦੇ ਸਾਹਮਣੇ ਜਾਣ ਤੋਂ ਪਹਿਲਾਂ ਨਾਰਮਲ ਹੋਣਾ ਜ਼ਰੂਰੀ ਸੀ। ਉਸਨੇ ਘੜੀ ਦੇਖੀ 10 ਵਜੇ ਸਨ, ਭਾਵ 2 ਘੰਟੇ। ਡਾਊਨਟਾਊਨ 45 ਮਿੰਟ ਦਾ ਰਸਤਾ ਸੀ ਕੁੱਲ। ਹੈਵਰਕ ਪਾਰਕ ਦੇ ਸਾਹਮਣੇ ਜੀਨ ਐਂਡ ਜਿਲ ਰਿਫਰੈਸ਼ਮੈਂਟ ਕਾਰਨਰ ਦਾ ਹੈੱਡ ਵੇਟਰ ਜਰਨੈਲ ਅੰਦਰ ਵੜਦਾ ਨਜ਼ਰ ਆਇਆ। ਸਤਵਿੰਦਰ ਦੇ ਵੱਧਦੇ ਕਦਮ ਰੁਕ ਗਏ। ਅੱਗੇ ਜਾਣ ਨੂੰ ਦਿਲ ਨਾ ਕੀਤਾ ਤਾਂ ਮੂੰਹ ਦਾ ਕੁਸੈਲਾ ਜਿਹਾ ਸਵਾਦ ਲਈ ਉਹ ਵਾਪਸ ਗੱਡੀ ਵੱਲ ਮੁੜ ਪਿਆ। ਪਿਛਲੇ 3 ਸਾਲਾਂ ਦੌਰਾਨ ਉਹ ਇੱਕ ਵਾਰੀ ਹੀ ਜੀਨ ਐਂਡ ਜੈਲ ਗਿਆ ਸੀ, ਉਹ ਵੀ ਕੈਨੇਡਾ ਪਹੁੰਚਣ ਦੇ ਪਹਿਲੇ ਮਹੀਨੇ ਦੌਰਾਨ ਹੀ। ਵੀਕਐਂਡ ਤੇ ਬੀਬੋ ਤੇ ਪ੍ਰਾਹੁਣਾ ਮਿਲਣ ਆਏ ਹੋਏ ਸਨ। ਸੈਚਰਡੇ ਸ਼ਾਪਿੰਗ ਕਰਨ ਤੋਂ ਬਾਅਦ ਉਹਨਾਂ ਸੰਡੇ ਹੈਵਰਕ ਪਾਰਕ ਵਿੱਚ ਪਿਕਨਿਕ ਦਾ ਪ੍ਰੋਗਰਾਮ ਬਣਾਇਆ ਸੀ। ਲੰਚ ਲਈ ਜੀਨ ਐਂਡ ਜਿਲ ਗਿਆ ਨੂੰ ਜਰਨੈਲ ਨੇ ਅਟੈਂਡ ਕਰਨ ਸਮੇਂ ਇਲਾਕਾ ਪੁੱਛਿਆ। ਇਲਾਕਾ ਇੱਕ ਹੀ ਸੀ, 5-7 ਪਿੰਡਾਂ ਦੇ ਫਰਕ ਨਾਲ ਉਹਨਾਂ ਦੇ ਪਿੰਡ ਸਨ। ਜਰਨੈਲ ਨੇ ਖੂਬ ਦਿਲ ਲਾ ਕੇ ਸਵਰ ਕੀਤਾ, ਪਰ ਜਦੋਂ ਬਿੱਲ ਲੈ ਕੇ ਆਇਆ ਤਾਂ ਥੋੜੀ ਬਦਮਗਜ਼ੀ ਪੈਦਾ ਹੋ ਗਈ। ਬਿੱਲ ਰੱਖਣ ਲੱਗਿਆ ਜਰਨੈਲ ਆਪਣੀ ਜਾਣੀ ਖੁਸ਼ਵਿੰਦਰ ਦੀ ਖੂਬਸੂਰਤੀ ਦੀ ਪ੍ਰਸ਼ੰਸਾ ਲਈ ਸੱਤੇ ਦੇ ਕੰਨ ਕੋਲ ਮੂੰਹ ਕਰਦਿਆਂ ਬੋਲਿਆ ਸੀ, ਗਰਾਈਆਂ ਮਾਲ ਸਿਰੇ ਦੀ ਤਾਣੀ ਤੋਂ ਤੋੜਿਆ, ਹੋਰ ਗੱਲਾਂ ਦੀਆਂ ਗੱਲਾਂ। ਅਚਾਨਕ ਸੱਤੇ ਨੂੰ ਜਿਵੇਂ ਘੁਮੇਰ ਜੀ ਆ ਗਈ ਹੋਵੇ। ਇੱਕ ਗੁਬਾਰ ਜਿਹਾ ਦਿਮਾਗ ਨੂੰ ਚੜਿਆ। ਗੱਲ ਖਤਮ ਹੋਣ ਤੋਂ ਪਹਿਲਾਂ ਉਹਦਾ ਹੱਥ ਜਰਨੈਲ ਦੇ ਕਲਾਵੇਂ ਨੂੰ ਜਾ ਪਿਆ, ਪਰ ਹੋਰ ਵੱਧ ਵਾਪਰਨ ਤੋਂ ਪਹਿਲਾਂ ਹੀ ਪ੍ਰਾਹੁਣਾ ਵਿੱਚ ਆ ਗਿਆ। ਇਹ ਤਾਂ ਸਹਿਣਾ ਹੀ ਪਊ ਸੱਤੇ, ਕੁਝ ਦੇਰ ਬਾਹਰ ਇਕੱਠੇ ਨਾ ਜਾਇਓ, ਪਰ ਇਸ ਤਰ੍ਹਾਂ ਐਕਸਾਈਟਡ ਨਹੀਂ ਹੋਣਾ। ਕੋਈ ਉਲਝੇਵਾਂ ਪੈ ਗਿਆ ਤਾਂ ਬਹੁਤ ਮਹਿੰਗਾ ਪਊ, ਘਰ ਆ ਕੇ ਪ੍ਰਾਹੁਣੇ ਨੇ ਸਮਝਾਇਆ ਸੀ। ਲਾਸਟ ਵੀਕ ਟੋਰਾਂਟੋ ਤੋਂ ਇੱਕ ਜੋੜਾ ਡਿਪੋਰਟ ਹੋ ਗਿਆ। ਕਿਸੇ ਨੇ ਕੰਪਲੇਂਟ ਕਰਤੀ। ਬੀਬੋ ਨੇ ਵੀ ਪ੍ਰਾਹੁਣੇ ਦੀ ਹਾਂ 'ਚ ਹਾਂ ਮਿਲਾਈ। ਸ਼ਿਕਾਇਤ ਦਾ ਇਹ ਨਵਾਂ ਰਫੜ ਸੀ ਜੋ ਇੱਥੇ ਆ ਕੇ ਪਿਆ ਸੀ। ਨਹੀਂ, ਪਹਿਲਾਂ ਤਾਂ ਸਲਾਹ ਸੀ ਕਿ ਸੱਤਾ ਅਟਾਵਾ ਬੀਬੋ ਹੋਰਾਂ ਕੋਲ ਰਹੇਗਾ, ਖੁਸ਼ਵਿੰਦਰ ਐਡਮਿਟ ਕੰਮ ਕਰਦੀ ਰਹੇਗੀ, ਪਰ ਬੋਗਸ ਵਿਆਹਾਂ ਦੇ ਪਕੜੇ ਗਏ ਕੇਸਾਂ ਨੇ ਸਰਕਾਰ ਨੂੰ ਚੌਕਸ ਕਰ ਦਿੱਤਾ ਸੀ। ਪੁਲਿਸ ਵਾਲੇ ਅਜਿਹੇ ਕੇਸਾਂ ਦੀ ਖਾਸ ਨਿਗਾਹ ਰੱਖਦੇ ਸਨ, ਇਸ ਲਈ ਕਿਸੇ ਵੀ ਤਰ੍ਹਾਂ ਦਾ ਰਿਸਕ ਲੈਣ ਨਾਲੋਂ ਸੱਤੇ ਦਾ ਵੀ ਐਡਮਿੰਟਨ ਪ੍ਰਬੰਧ ਕਰ ਦਿੱਤਾ ਗਿਆ। ਖੁਸ਼ਵਿੰਦਰ ਵਾਲਾ 2 ਕਮਰਿਆਂ ਦਾ ਫਲੈਟ ਛੱਡ ਕੇ ਉਹਨਾਂ 3 ਰੂਮ ਸੈੱਟ ਮਿਲਵੁੱਡਸ ਵਿੱਚ ਲੈ ਲਿਆ ਸੀ। ਕਿਰਾਇਆ ਭਾਵੇਂ 500 ਤੋਂ ਵੱਧ ਕੇ 750 ਹੋ ਗਿਆ, ਪਰ ਕਮਾਈ ਵੀ ਤਾਂ 2 ਦੀ ਸੀ। ਖੁਸ਼ਵਿੰਦਰ ਪੈਟਰੋ ਕਨਾਡਾ ਵਿੱਚ ਸਟੋਰ ਕੀਪਰ ਤੇ ਸੀ ਤੇ ਸਤਵਿੰਦਰ ਵੀ ਪੈਟਰੋ ਦੀ ਆਇਲ ਰਿਫਾਈਨਰੀ ਵਿੱਚ ਐਡਜਸਟ ਹੋ ਗਿਆ ਸੀ। ਜ਼ਿੰਦਗੀ ਦੀ ਐਡਜਸਟਮੈਂਟ ਠੀਕ ਹੋ ਗਈ ਸੀ, ਭਾਵੇਂ ਸੱਤੇ ਦਾ ਕੰਮ ਕੋਈ ਬਹੁਤਾ ਸੁਖਾਲਾ ਨਹੀਂ ਸੀ। ਤੇਲ ਦੇ ਖਾਲੀ ਡਰਮ 8 ਘੰਟਿਆਂ ਵਿੱਚ ਹੀ ਲੱਕ ਤੋੜ ਦਿੰਦੇ ਸਨ ਤੇ 2 ਘੰਟਿਆਂ ਦਾ ਓਵਰ ਟਾਈਮ ਰਹਿੰਦੀ ਸੱਤਿਆ ਚੂਸ ਲੈਂਦਾ। ਪਰ $10 ਫੀ ਘੰਟੇ ਦੀ ਔਸਤ ਰੁਪਈਆਂ 'ਚ ਬਦਲਦੀ ਰਕਮ ਦੀ ਢੇਰੀ ਬਣ ਜਾਂਦੀ। ਸਾਂਝੇ ਖਾਤੇ 'ਚੋਂ ਮਕਾਨ ਦਾ ਕਿਰਾਇਆ, ਪਾਣੀ ਤੇ ਨਿਕਾਸੀ, ਪਾਣੀ, ਗੈਸ, ਬਿਜਲੀ ਆਦਿ ਦੇ ਬਿੱਲਾਂ ਦੇ ਭੁਗਤਾਨ ਤੋਂ ਬਾਅਦ ਸੱਤਾ ਹਰ ਮਹੀਨੇ ਘਰ ਲਈ ਪੈਸੇ ਬਚਾ ਲੈਂਦਾ। ਹੁਣ ਉਹ ਕੈਨੇਡਾ ਦਾ ਸੋਸ਼ਲ ਕਾਰਡ ਤੇ ਵਰਕ ਕਾਰਡ ਧਾਰੀ ਹੋ ਗਿਆ ਸੀ, ਪਰ ਇਮੀਗ੍ਰੇਸ਼ਨ 3 ਸਾਲ ਬਾਅਦ ਹੀ ਮਿਲਣੀ ਸੀ। 3 ਸਾਲ ਬਾਅਦ ਹੀ ਵਿਆਹ ਵਾਂਗ ਬੋਗਸ ਤਲਾਕ ਤੇ ਕੀਤੇ ਦਸਤਕਾਂ ਨੇ ਉਸ ਨੂੰ ਤੇ ਖੁਸ਼ ਨੂੰ ਆਜ਼ਾਦ ਕਰ ਦੇਣਾ ਸੀ। ਘਰ ਠੀਕ ਸੀ, ਦਫ਼ਤਰ ਠੀਕ ਸੀ, ਪਰ ਬਾਹਰ ਦੀ ਦੁਨੀਆ ਨਾਲ ਤਾਲਮੇਲ ਬਿਠਾਉਣ 'ਚ ਉਹਨਾਂ ਨੂੰ ਕੁਝ ਮਹੀਨੇ ਲੱਗ ਗਏ। ਪਹਿਲਾਂ ਬਹੁਤ ਸੁਚੇਤ ਤੇ ਫਿਰ ਆਦਤਨ ਹੀ ਉਹਨਾਂ ਨੇ ਸੁਮੇਲ ਬਿਠਾ ਲਿਆ ਸੀ। ਘਰ ਵਿੱਚ ਹੁੰਦੇ ਤਾਂ ਖੁਸ਼ ਉਸ ਨੂੰ ਬਕਾਇਦਾ ਮਾਮਾ ਜੀ ਤੇ ਸੱਤਾ ਉਸ ਨੂੰ ਕਦੇ ਭਾਈ ਕਦੇ ਕੁੜੀ ਕਹਿ ਕੇ ਸੰਬੋਧਨ ਕਰਦਾ। ਘਰੋਂ ਬਾਹਰ ਉਹਨਾਂ ਨੇ ਪਤੀ ਪਤਨੀ ਵਾਂਗ ਐਕਟ ਕਰਨਾ ਸਿੱਖ ਲਿਆ ਸੀ। ਪਹਿਲਾਂ ਤਾਂ ਖੁਸ਼ਵਿੰਦਰ ਨੂੰ ਜਦੋਂ ਕੋਈ ਮਿਸਿਜ ਸਤਵਿੰਦਰ ਕਹਿ ਕੇ ਸੰਬੋਧਨ ਕਰਦਾ ਤਾਂ ਉਹਨੂੰ ਅਟਪਟਾ ਲੱਗਦਾ, ਪਰ ਫਿਰ ਇਹ ਆਮ ਹੋ ਗਿਆ। ਹਰ ਵੀਕਐਂਡ ਤੇ ਸ਼ਾਪਿੰਗ ਕਰਦਿਆਂ ਜਾਂ ਸੰਡੇ ਪਿਕਨਿਕਾਂ ਤੇ ਉਹਨਾਂ ਦੀ ਝਿਜਕ ਦੂਰ ਹੋ ਗਈ ਸੀ। ਬਸ ਕਦੇ ਕਦਾਈ ਘਰ ਆ ਕੇ ਮਾਮਾ ਜੀ ਕਹਿੰਦੀ ਜਾਂ ਬਾਹਰ ਸੱਤਾ ਕਹਿ ਕੇ ਸੰਬੋਧਨ ਕਰਦੀ ਖੁਸ਼ ਅਚਾਨਕ ਚੁੱਪ ਤੇ ਉਦਾਸ ਹੋ ਜਾਂਦੀ। ਪਰ ਫਿਰ ਵੀ ਕਈ ਵਾਰ ਉਹ ਅਜਿਹੇ ਅਜੀਬ ਹਾਲਾਤਾਂ ਵਿੱਚ ਫਸੇ ਸਨ ਜਿਵੇਂ ਪਿਛਲੇ ਸਾਲ ਅਗਸਤ ਦੇ ਪਹਿਲੇ ਹਫ਼ਤੇ ਲੱਗਣ ਵਾਲੇ ਹੈਵਰਕ ਕਲਚਰਲ ਫੇਅਰ ਦੌਰਾਨ ਹੋ ਗਿਆ ਸੀ। ਸਤਵਿੰਦਰ ਨੂੰ ਇਹ ਮੇਲਾ ਦਿਲਚਸਪ ਲੱਗਿਆ ਸੀ। ਇਹ ਗੱਲ ਹੋਰ ਵੀ ਦਿਲਚਸਪ ਹੋ ਗਈ ਸੀ ਕਿ ਸਿਟੀ ਕੌਂਸਲ ਵੱਲੋਂ ਆਯੋਜਿਤ ਇਸ ਮੇਲੇ ਨੂੰ ਕੈਨੇਡਾ ਗੌਰਮੈਂਟ ਵੱਲੋਂ ਭਰਪੂਰ ਮਦਦ ਮਿਲਦੀ ਸੀ।
ਭਾਵੇਂ ਹੋਰ ਵੀ ਕਈ ਆਕਰਸ਼ਣ ਹੁੰਦੇ ਸਨ, ਪਰ ਸਭ ਤੋਂ ਵੱਧ ਮੌਲਿਕਤਾ ਖਾਣਿਆਂ ਦੀ ਨਮੈਸ਼ੀ ਸਟਾਲਾਂ ਵਿੱਚ ਸੀ। ਵੱਖ-ਵੱਖ ਕੌਮਾਂ ਦੇਸ਼ਾਂ ਦੇ ਬੰਦੇ ਪਰੋਸਦੇ। ਪਿਛਲੇ ਸਾਲ ਸੱਤੇ ਅਤੇ ਖੁਸ਼ ਦੇ ਹਿੱਸੇ ਛੋਲੇ ਪੂਰੀ ਦੀ ਸਟਾਲ ਸੀ। ਬਸ ਗੱਲ ਬਣ ਗਈ। ਬਣਾਉਣ ਵਿੱਚ ਤਾਂ ਖੁਸ਼ ਤੇ ਪਰੋਸਣ ਵਿੱਚ ਸੱਤੇ ਨੂੰ ਕਮਾਲ ਹਾਸਲ ਸੀ। ਸਾਰੇ ਮੇਲੇ ਦੀ ਵਾਹ-ਵਾਹ ਸੱਤਾ ਐਂਡ ਪਾਰਟੀ ਲੁੱਟ ਕੇ ਲੈ ਗਈ ਸੀ। ਹਰ ਕੋਈ ਮਿਸਟਰ ਐਂਡ ਮਿਸਿਸ ਸਤਵਿੰਦਰ ਦੇ ਦੁਆਲੇ ਸੀ। ਕਈ ਗੋਰੇ ਬਹੁਤ ਨੇੜੇ ਖੜ ਉਹਨਾਂ ਦੇ ਸਨੈਪਸ ਕਲੋਜ਼ਅਪ ਲੈ ਰਹੇ ਸਨ। ਨਤੀਜਨ ਅਗਲੀ ਸ਼ਾਮ ਉਹਨਾਂ ਦੇ ਡਰਾਇੰਗ ਰੂਮ ਟੇਬਲ ਤੇ ਕਿੰਨੀਆਂ ਹੀ ਫੋਟੋਆਂ ਹੇਠ ਮਿਸਟਰ ਐਂਡ ਮਿਸਿਸ ਸਤਵਿੰਦਰ ਦੀ ਐਡਵਰਟਾਈਜ਼ਮੈਂਟ ਕਰਦੇ ਲੋਕਲ ਪੇਪਰਾਂ ਦੇ ਸਪੈਸ਼ਲ ਫੇਅਰ ਬੁਲੇਟਿਨ ਪਏ ਸਨ। ਹਾ ਮਿਸਟਰ ਐਂਡ ਮਿਸਿਸ ਉਰਫ ਮਾਮਾ ਭਾਂਜੀ। ਅਗਲੇ ਹਫਤੇ ਮਿਲਣ ਆਏ ਬੀਬੋ ਤੇ ਪ੍ਰਾਹੁਣਾ ਕਿੰਨੀ ਹੀ ਦੇਰ ਹੱਸਦੇ ਰਹੇ। ਫਿਰ ਬੀਬੋ ਅਚਾਨਕ ਹਾਸਾ ਰੋਕਦੀ ਬੋਲੀ ਸੀ, ਹੈਵਰਕ ਵਿੱਚ ਬਣਾਈਆਂ ਪੂਰੀਆਂ ਦੀ ਸਿਫਤ ਤਾਂ ਪੇਪਰ ਬਹੁਤ ਕਰਦੇ ਨੇ, ਪਰ ਸੱਤੇ ਇਹ ਮਿਸ ਭਾਂਜੀ ਤੈਨੂੰ ਘਰ ਵੀ ਖਾਣਾ ਵਧੀਆ ਖਿਲਾਉਂਦੀ ਹੈ ਕਿ ਉਡੀਕਦੀ ਹੈ ਬਈ ਕਦ ਮਾਮੇ ਦਾ ਫਾਹਾ ਵੱਢ ਹੋਵੇ ਘਰੋਂ ਨਿਕਲੇ। ਸੁਣ ਕੇ ਖੁਸ਼ ਦੇ ਬੁੱਲਾਂ ਤੇ ਫੈਲੀ ਮੁਸਕਰਾਹਟ ਦੀ ਥਾਂ ਜਿਵੇਂ ਕੋਈ ਮਿਹਣਾ ਲਿਪਿਆ ਗਿਆ ਹੋਵੇ। ਸੱਤੇ ਨੂੰ ਸੰਬੋਧਨ ਹੁੰਦਿਆਂ ਉਹ ਗੰਭੀਰ ਹੋ ਗਈ, ਆਵਾਜ਼ ਉਦਾਸ ਹੋ ਗਈ ਸੀ। ਮਾਮਾ ਜੀ ਦੱਸੋ ਮੰਮੀ ਨੂੰ, ਤੁਸੀਂ ਦੱਸੋ, ਮੈਂ ਤੁਹਾਨੂੰ ਬੋਝ ਸਮਝਦੀ ਹਾਂ। ਸਗੋਂ ਇਹਨਾਂ ਦਾ ਕਿੰਨਾ ਆਸਰਾ ਹੋਇਆ ਮੈਨੂੰ। ਮੇਰੇ ਰੋਕਦੇ ਵੀ ਬਹੁਤ ਕੰਮ ਕਰਦੇ ਨੇ। ਹਾਂ, ਸੱਤੇ ਨੂੰ ਵੀ ਪਹਿਲਾਂ ਔਖਾ ਜਿਹਾ ਸੀ, ਜਿਵੇਂ ਉਹ ਖੁਸ਼ ਤੇ ਬੋਝ ਹੋਵੇ। ਭਾਵੇਂ ਉਹਨਾਂ ਦੀਆਂ ਡਿਊਟੀਆਂ ਵਿੱਚ ਦਿਨ ਰਾਤ ਦਾ ਫਰਕ ਸੀ, ਪਰ ਖੁਸ਼ ਓਵਰ ਟਾਈਮ ਨਹੀਂ ਸੀ ਕਰਦੀ। ਇਸ ਕਰਕੇ ਉਹ ਸੱਤੇ ਦੇ ਡਿਊਟੀ ਜਾਣ ਤੋਂ ਪਹਿਲਾਂ ਪਰਤ ਆਉਂਦੀ, ਉਸ ਲਈ ਖਾਣਾ ਬਣਾਉਂਦੀ, ਟਿਫਨ ਪੈਕ ਕਰਦੀ, ਉਸਦੇ ਕੱਪੜੇ ਧੋਣ ਤੋਂ ਬਾਅਦ ਅਕਸਰ ਉਸਦੇ ਕਮਰੇ ਦੇ ਵਿੱਚ ਰੱਖ ਦਿੰਦੀ। ਸਵੇਰੇ ਸੱਤੇ ਦੀ ਡਿਊਟੀ ਤੇ ਪਰਤਣ ਤੇ ਫਿਰ ਸਭ ਕੁਝ ਤਿਆਰ ਮਿਲਦਾ। ਉਸਨੇ ਸਿਰਫ ਖਾਣਾ ਖਾ ਕੇ ਸੌਂ ਜਾਣਾ ਹੁੰਦਾ। ਵੀਕਐਂਡ ਤੇ ਦੋਨੇ ਘਰ ਹੁੰਦੇ ਤਾਂ ਉਸ ਨਾਲ ਬਜ਼ੁਰਗਾਂ ਵਾਂਗ ਵਿਵਹਾਰ ਕਰਦੀ। ਸੱਤਾ ਪਾਣੀ ਲਈ ਵੀ ਉੱਠਦਾ ਤਾਂ ਖੁਸ਼, ਤੁਸੀਂ ਮਾਮੂ ਜਾਨ ਬਸ ਹੁਕਮ ਕਰਨਾ ਆ, ਆਖ ਪਾਣੀ ਹਾਜ਼ਰ ਕਰ ਦਿੰਦੀ। ਸੱਤੇ ਨੂੰ ਬੜਾ ਅਜੀਬ ਲੱਗਦਾ ਜਦੋਂ ਆਰਾਮ ਨਾਲ ਬੈਠਾ ਟੀਵੀ ਦੇਖਦਾ ਤੇ ਖੁਸ਼ ਘਰ ਦੇ ਕੰਮਾਂ ਵਿੱਚ ਗਲਤਾਨ ਹੁੰਦੀ। ਸੱਚ ਹੀ ਉਹ ਕਿਸੇ ਮਹਿਮਾਨ ਵਾਂਗ ਮਹਿਸੂਸ ਕਰਦਾ। ਲੱਕੜ ਦੇ ਫਰਸ਼ ਤੇ ਪੈਂਦੀ ਖੁਸ਼ ਦੇ ਪੈਰਾਂ ਦੀ ਧਮਕ ਘਰ ਵਿੱਚ ਮਾਲਕਨ ਦੇ ਹੋਣ ਵਰਗਾ ਅਹਿਸਾਸ ਉਸਦੇ ਅੰਦਰ ਜਗਾਉਂਦੀ ਤੇ ਉਹ ਜਿਵੇਂ ਇੱਕਦਮ ਮਹਿਮਾਨ ਤੋਂ ਕਿਰਾਏਦਾਰ ਬਣ ਜਾਂਦਾ। ਇੱਕ ਬੇਲੋੜੀ ਹੋਂਦ ਤੇ ਬੇਲੋੜਾ ਹੋਣ ਦੇ ਤੀਬਰ ਅਹਿਸਾਸ ਨੇ ਸੱਤੇ ਨੂੰ ਘਰ ਵਿੱਚ ਖੁਸ਼ ਦਾ ਹੱਥ ਵਟਾਉਣ ਲਾ ਦਿੱਤਾ। ਪਹਿਲਾਂ ਉਸਨੇ ਆਪਣਾ ਸਾਰਾ ਕੰਮ ਆਪ ਸ਼ੁਰੂ ਕੀਤਾ, ਆਪਣੇ ਕੱਪੜੇ ਆਪ ਧੋਤੇ, ਕਮਰਾ ਆਪ ਸਾਫ਼ ਕੀਤਾ। ਹੌਲੀ-ਹੌਲੀ ਉਹ ਵੀ ਘਰ ਦਾ ਅੱਧ ਹੋ ਗਿਆ। ਸੱਤੇ ਦਾ ਕੰਮ ਕਰਨਾ ਖੁਸ਼ ਨੂੰ ਸਰੀਰਕ ਆਰਾਮ ਭਾਵੇਂ ਦਿੰਦਾ, ਪਰ ਮਾਨਸਿਕ ਤੌਰ ਤੇ ਉਹ ਆਪਣੇ ਅੰਦਰ ਕਿਤੇ ਕੁਝ ਖੋਹੇ ਜਾਣ ਦਾ ਅਹਿਸਾਸ ਮਹਿਸੂਸ ਕਰਦੀ। ਉਹਦੇ ਲਈ ਨਿਸ਼ਚਿਤ ਕੰਮ ਸਿਰਫ ਆਪਣੇ ਕੱਪੜੇ ਧੋਣਾ ਸੀ, ਬਾਕੀ ਸੱਤਾ ਉਸਦੇ ਬਰਾਬਰ ਕਰਦਾ। ਉਸਦੇ ਆਉਣ ਤੋਂ ਪਹਿਲਾਂ ਖਾਣਾ ਬਣਾਉਂਦਾ ਤੇ ਉਸਨੂੰ ਆਈ ਨੂੰ ਚਾਹ ਕੌਫੀ ਮੇਜ਼ ਤੇ ਮਿਲਦੀ। ਤੇ ਇੱਕ ਦਿਨ ਸ਼ਾਮੀ ਕੱਪੜੇ ਬਦਲਣ ਲਈ ਖੋਲ੍ਹਿਆ ਕੱਪ ਬੋਰਡ ਜਿਵੇਂ ਉਹਦਾ ਰਹਿੰਦਾ ਅਧਿਕਾਰ ਵੀ ਖੋ ਕੇ ਲੈ ਗਿਆ। ਅੱਜ ਸੱਤੇ ਨੇ ਉਹਦੇ ਕੱਪੜੇ ਵੀ ਧੋ ਪ੍ਰੈਸ ਕਰਕੇ ਉਹਦੇ ਕੱਪ ਬੋਰਡ ਵਿੱਚ ਟੰਗ ਦਿੱਤੇ ਸੀ। ਮਾਮਾ ਜੀ, ਤੁਹਾਨੂੰ ਐ ਨਹੀਂ ਲੱਗਦਾ ਜਿਵੇਂ ਤੁਸੀਂ ਮੇਰੀਆਂ ਆਦਤਾਂ ਵਿਗਾੜ ਰਹੇ ਹੋ? ਵਿਆਹ ਤੋਂ ਬਾਅਦ ਕੌਣ ਕਰੂ? ਅੰਗਰੇਜ਼ ਮੈਨੂੰ ਪਸੰਦ ਨਹੀਂ, ਪੰਜਾਬੀ ਭਾਵੇਂ ਕੋਈ ਲੱਭ ਦਿਓ। ਉਹਦੇ ਲਈ ਪਤਨੀ ਦਾ ਅਰਥ ਉਮਰ ਗੋਲਾ ਹੋਣਾ ਹੈ। ਪਰ ਐ ਆਪਾਂ ਹੁਣ ਵਾਕਈ ਅੰਗਰੇਜ਼ ਜੋੜੇ ਦਾ ਜੀਵਨ ਸਟਾਈਲ ਅਪਣਾ ਲਿਆ, ਸਭ ਕੰਮ ਬਰੋਬਰ। ਬਲਕਿ ਮਾਮਾ ਜੀ, ਮੈਨੂੰ ਤਾਂ ਹੁਣ ਐ ਲੱਗਦਾ ਜਿਵੇਂ ਤੂੰ ਮੇਰੀ ਘਰ ਵਾਲੀ ਬਣ ਗਿਆ ਹੋਵੇਂ, ਹੈ ਨਾ? ਖੁਸ਼ ਦੀ ਅਖੀਰਲੀ ਗੱਲ ਤੇ ਸੱਤਾ ਵੀ ਖੁੱਲ੍ਹ ਕੇ ਹੱਸਿਆ। ਉਹ ਖੁਸ਼ ਸਨ, ਉਸਦੀ ਬੋਰਡਮ ਚੁੱਕੀ ਗਈ ਸੀ। ਖੁਸ਼ ਦਾ ਕੰਮ ਹੌਲਾ ਹੋ ਗਿਆ ਸੀ। ਨਾ ਕਦੇ ਤਕਰਾਰ ਨਾ ਰੋਸਾ। ਦੋਵੇਂ ਟੀਵੀ ਦੇਖਦੇ, ਵੀਸੀਆਰ ਤੇ ਭਾਰਤੀ ਫਿਲਮਾਂ ਦੇਖਦੇ, ਪੰਜਾਬੀ ਗਾਉਣ ਵਾਲਿਆਂ ਦੇ ਅਖਾੜੇ ਦੇਖਦੇ, ਡਿਸਕਸ ਕਰਦੇ। ਬਸ ਕਿਸੇ ਵੀ ਅੰਗਰੇਜ਼ੀ ਫਿਲਮ ਵੇਲੇ ਖੁਸ਼ ਕਿਸੇ ਬਹਾਨੇ ਉੱਠ ਜਾਂਦੀ। ਸੱਤੇ ਨੂੰ ਵੀ ਨਿਊਡ ਸੀਨ ਸਤਾਉਂਦੇ ਤਾਂ ਟੀਵੀ ਬੰਦ ਕਰਕੇ ਅੰਗਰੇਜ਼ਾਂ ਨੂੰ ਗਾਲਾਂ ਦਿੰਦੇ। ਉਹ ਕਿਸੇ ਹੋਰ ਰਜੇਵੇਂ ਵਿੱਚ ਰੁੱਝ ਜਾਂਦੇ ਤੇ ਵੀਕਐਂਡ ਨਿਕਲ ਜਾਂਦਾ। ਖੁਸ਼ਵਿੰਦਰ ਇੱਕ ਵਾਰ ਇੰਡੀਆ ਵੀ ਹੋ ਆਈ ਸੀ ਆਪਣੀ ਭੂਆ ਦੀ ਕੁੜੀ ਦੇ ਵਿਆਹ ਤੇ, ਪਰ ਇੰਡੀਆ ਦੇ ਉਸਦੇ ਸਾਰੇ ਪ੍ਰੋਗਰਾਮ ਧਰੇ ਧਰਾਏ ਰਹਿ ਗਏ ਸਨ। ਸੱਤੇ ਦੀ ਲੱਤ ਤੇ ਡਿੱਗੇ ਡਰਮ ਨੇ ਐਕਸਰੇ ਵਿੱਚ ਤੇ ਰੇਡ ਲਿਆ ਦਿੱਤੀ ਸੀ। ਖੁਸ਼ਵਿੰਦਰ ਫੋਨ ਮਿਲਦੇ ਸਾਰ ਹੀ ਜਹਾਜ਼ ਚੜ੍ਹ ਆਈ। ਸਤਵਿੰਦਰ ਗ੍ਰੇਨੰਜ ਹਸਪਤਾਲ ਵਿੱਚ ਸੀ। ਏਅਰਪੋਰਟ ਤੋਂ ਜਾਂਦੇ ਘਰ ਰਾਹ ਵਿੱਚ ਹੀ ਸੀ। ਸਮਾਨ ਰੱਖਣ ਗਈ ਖੁਸ਼ ਘਰ ਦੀ ਸੰਭਾਲ ਤੇ ਹੈਰਾਨ ਸੀ। ਸੱਤੇ ਨੇ ਘਰ ਦੇ ਸਾਰੇ ਪਰਦੇ ਬਦਲ ਦਿੱਤੇ ਸਨ। ਡਰਾਇੰਗ ਰੂਮ ਦੀਆਂ ਡੈਕੋਰੇਸ਼ਨ ਬਦਲੀਆਂ ਹੋਈਆਂ ਸਨ, ਪਰ ਜਾਣ ਤੋਂ ਪਹਿਲਾਂ ਲਿਆਂਦਾ ਖਾਣ ਪੀਣ ਦਾ ਸਮਾਨ ਉਵੇਂ ਹੀ ਪਿਆ ਸੀ, ਕੌਫੀ ਤੱਕ।
इसका मतलब सत्ता खाना बाहर खांदा रहा सी, पर क्यों? ते क्यों दा जवाब बड़ा सिद्धा निकलिया। घर इकल्ले दा कुछ खाण पीण नूं जी नहीं सी करदा, कंपनी कंटीन ते ही सार लईदा सी। 4-5 दिनां बाद सुभावक चली गल ते सत्ते ने भोला जा मूँह बनाउंदिआं किहा सी। खुश नेम नाल 2 वक्त हस्पताल आउंदी, वीकेंड पूरा सत्ते दी देखभाल ते लाउंदी। सत्ते दा जख्म भर रिहा सी, हड्डी जुड़ रही सी, पर लगातार पति पत्नी दी निभाउणी पै रही भूमिका उस नूं थका रही सी। हस्पताल विच 1-2 वारी खुश दे मूँहों निकलिया मामा जी भी गवांढी बैठ ते पए पाकिस्तानी मरीज ने फड़ लिया सी ते वो सुचेत हो गया सन। सत्ता कई बार इस सुचेतता तो हैरान भी हुंदा। गवांढी मरीज दे जाण तो बाद जदों नेड़े कोई भी ना हुंदा, खुश उहनूं मामा ना कहंदी। भाव दुੱਧ तो जलन तो डरदे वो लस्सी नूं भी फूका मार रहे सन। होरां मरीजां वांग ही खुश आउंदे जांदे हत्थ मिलाउंदी। जदों कंपनी चों कोई चुगलखोर जिहा बंदा सत्ते दे मुलाकातियां च शामिल हुंदा तां खुश नूं सत्ते दे बहुत नेड़े ढुक के बैठना पैंदा, पर रहत मलूक शरीर जिवें कहंदे हन, उन्हां दी मजबूरी उन्हां ਇਹ भी मंजूर किया जख्म भरन तक हस्पताल रहना जरूरी सी। भावें खर्च कंपनी का ते सेवा संभाल हस्पताल वालियां दी सी, पर फिर भी सत्ते नूं लगदा जिवें खुश थक गई होवे। कदे कदाई खुश दीआं अखां 'च तैर आए उदासी दे डोरे उसनूं बेचैन कर दिंदे। बीबो ते प्राहुणा भी 1-2 वार वीकेंड ते आए, पर अटावा बहुत दूर सी। खुश नूं इकल्लियां ही झल्लना पै रिहा सी सब कुछ। लगदा मैं तां हत्थ धो के पिछे पै गया तेरे, है ना? उदास होया सत्ता पुछदा, हस के आखदा, तेरी सेवा मैनू तां तकड़ा करी जांदी आ, पर तैनू हराई जांदी आ। मूँह देख किवें भोरा को रह गया। नहीं सत्ते, अजिही गल नहीं, फर्क सिर्फ ये आ बई घरे जी घट लगदा है। तेरे ठीक हुंदे सार फिर ओहो जही ही हो जू। वो सत्ते दी गल ते चपत जही मार के कहंदी तां दोवें निआणिਆਂ वांग खिड़खड़ा के हस पैंदे। हसे तां वो छुट्टी मिलन तो 2 दिन पहलां भी बहुत सी। शामी जदों खुश आई तां सत्ता बैड ते ढो लाई अध सुत्ता जा पिया सी। खुश नाल उहदी कुलीग गीता भी सी। खुश ड्यूटी नर्स कोल जरा रुक गई ते गीता पहलां बैड कोल आके खड़ी सी। सत्ता अध सुत्ता अखां मीटी प्या रही सी ते जदों खुश बैड कोल आई तां किसे दे बोलण तो पहलां ही सत्ते ने अखां खोल लईआं सन। तेरे मीए नूं तां लगदा तेरी खुशबू आउंदी आ, किवें पटक अखां खोल लईआं? गीता मजाक करदी बोली सी। वो दोवें हस पईआं सन, पर उन्हां दे हासे 'च शामिल होण तो पहलां सत्ता एक पल तरप गया। गीता दी गल किते सच सी जरूर। ते रोटी खांदिआं फिर हासा मचिआ। रोटी खांदा सत्ता सुभावक बोलिया, चिकन रेस्टोरेंट तो लिआंदा है? ना, घर बनाया। क्यों, की गल होई? खुश हैरान हुंदिआं बोली, गल तां कोई नहीं, पर अज तूं नहीं बनाया, शर्त ला लै। खुश ते गीता हैरान सन। रोटी सच ही गीता लैके आई सी। इस बार वो तीनों कट्ठे मुस्कराए सन। तिन्हां दीआं अखां मिलियां तां तीनों हस पए। यही हासा उन्हां दे घर तक फैल गया सी। बीबो ते प्राहुणा बहुत देर तक हसदे रहे सन। समस्या कुछ गुंझलदार ही सी। हस्पताल दे 28 दिनां ने खुशविंदर दी जुबान तो मामा जी शब्द गूंज दिता सी। सतविंदर लई सत्ता शब्द कई बार वो बड़े ही सुभावक ढंग नाल बोल जांदी। सतविंदर भी सहज ही इसदा आदी हो गया सी ते हुण जद भी खुश मामा जी दी थां सत्ता कहंदी तां बीबो हस पैंदी। चलो खैर, डोंट माइंड, प्राहुणे ने मुस्कुराउंदिआं कहा सी। माड़ियां आदतां बहुत छेती पक जांदियां ने, पर हटदियां हौली हौली ने। वो असली गल वल आउणा चाहुंदा सी। उन्हां फिर वापस जाना सी। वो सतविंदर लई इमीग्रेशन की खबर लैके आए सन। हुण खुश ते सतविंदर डाइवोर्स लई अपलाई कर सकदे सन। उन्हां अपना इम्तिहान पूरे वटा पूरे नंबर लैके पास कर लिया सी, पर एक अड़िचन सी। सत्ते दी लत्त दा पलस्तर अजे 14 दिनों तक लथना सी ते 2 महीने तक उसने काम दे योग होना सी। तलाक लई अपलाई करन दा अर्थ सी हुण तो वख रहना शुरू कर देना। हेरा फेरियां वधन करके बोगस तलाकां दे मामले विच भी सूईया पुलिस तेज सी। चलो 2 महीने बाद ही अपलाई करियो, मैं जांदा होया लेखराज नूं सारी गल समझा दिआंगा, प्राहुणे ने उठदिआं कहा सी। लेखराज प्राहुणे दा इंडिया दा स्कूलमेट सी ते हुण एडमिंटन च एक कामयाब वकील। तलाक दी पैरवी उसे ने करनी सी ते 2 महीने बीत भी गए। यह एहसास सत्ते नूं सवेरे ड्यूटी वक्त आए लेखराज के फोन तो ही होया सी। प्राहुणे ने इमीग्रेशन के कागज़ भी लेखराज नूं भेज दिते सन। राजधानी विच रहण करके उही एजेंसी नाल डील करता सी। किवें दिन महीने ते साल बन के गुजर गए सन। सिटी सेंटर की मार्केट पार्किंग विच गड्डी बैक करदिआं सत्ता सोच रहा सी। 3 साल पहलां मੱਝਾਂ ਦਾ गोहा मोड़दा सत्ता हुण कनेडा दा इमीग्रेट सी।
ਤੇ ਉਧਰ 3 ਸਾਲ ਪਹਿਲਾਂ ਜ਼ਮੀਨ ਧਰ ਕੇ ਸੁਸਾਇਟੀ ਦੀ ਕਿਸ਼ਤ ਮੋੜਦਾ ਉਹਦਾ ਬਾਪ ਬੋਲੀ ਚੜਾ ਜ਼ਮੀਨ ਖਰੀਦ ਰਿਹਾ ਸੀ ਤੇ ਮਾਂ ਜਿਹੜੀ ਸਾਰੀ ਉਮਰ ਰੋਟੀ ਟੁੱਕ ਲਈ ਵੱਖਰੀ ਥਾਂ ਲਈ ਕਲਪਦੀ ਸੀ, ਹੁਣ ਮਨਮਰਜ਼ੀ ਦਾ ਘਰ ਬਣਾਉਣ ਦੀਆਂ ਵਿਉਂਤਾਂ 'ਚ ਰੁੱਝੀ ਰਹਿੰਦੀ। ਪਰ ਬਾਬਾ ਸੱਤੇ ਦਾ ਪਹਿਲਾਂ ਹੀ ਬੇਚੈਨ ਮਨ ਹੋਰ ਉਦਾਸ ਹੋ ਗਿਆ। ਬਾਬਾ ਬਾਹਰਲੇ ਹਾਲਾਤ ਨਾਲ ਤਾਂ ਸਮਝੌਤਾ ਕਰ ਗਿਆ ਸੀ, ਪਰ ਆਪਣੇ ਅੰਦਰ ਨਾਲ ਉਸ ਤੋਂ ਸਮਝੌਤਾ ਨਹੀਂ ਹੋਇਆ ਸੀ ਤੇ ਨਮੋਸ਼ੀ ਉਹਨੂੰ 6 ਮਹੀਨੇ ਵਿੱਚ ਹੀ ਖਾ ਗਈ ਸੀ। ਅੰਦਰਲੀ ਕੋਠੜੀ 'ਚ ਤਾੜੇ ਲੱਗੀਆਂ ਅੱਖਾਂ ਨਾਲ ਬਾਬਾ ਤੁਰ ਗਿਆ ਸੀ। ਬਸ ਉਸ ਦੀ ਖੜਕਦੀ ਡਾਂਗ ਤੇ ਗਰਜਦਾ ਬੋਲ ਹੀ ਘਰ ਦੇ ਕਿਸੇ ਖੁੰਝੇ ਚੁੱਪਚਾਪ ਹਾਜ਼ਰ ਸਨ। ਹੈਲੋ ਮਿਸਟਰ ਸਤਵਿੰਦਰ, ਵੈਲਕਮ। ਲੇਖਰਾਜ ਦਾ ਅਸਿਸਟੈਂਟ ਸੱਤੇ ਨੂੰ ਦਫ਼ਤਰ ਦੇ ਬਾਹਰ ਹੀ ਮਿਲ ਪਿਆ। ਤੁਹਾਡੀ ਮੈਸੇਜ ਵੀ ਹੁਣੇ ਪਹੁੰਚੀ ਹੈ। ਹੈਲੋ, ਹਾਊ ਆਰ ਯੂ? ਸਤਵਿੰਦਰ ਨੇ ਵੀ ਆਮ ਜਿਹਾ ਜਵਾਬ ਸਵਾਲ ਕੀਤਾ ਤੇ ਬਿਨਾਂ ਉੱਤਰ ਉਡੀਕ ਕੇ ਦਫ਼ਤਰ ਵਿੱਚ ਚਲਾ ਗਿਆ। ਨਮਸਕਾਰ ਅੰਕਲ, ਰਿਵੋਲਵਿੰਗ ਚੇਅਰ ਤੇ ਬੈਠੇ ਲੇਖਰਾਜ ਵੱਲ ਹੱਥ ਜੋੜਦਿਆਂ ਸੱਤੇ ਨੇ ਕਿਹਾ। ਲੇਖਰਾਜ ਹਮੇਸ਼ਾ ਨਮਸਕਾਰ ਹੀ ਕਬੂਲ ਕਰਦਾ। ਹੈਲੋ, ਖੁਸ਼ਵਿੰਦਰ ਨੇ ਵੀ ਆਪਣੀ ਹੋਂਦ ਜਤਾਈ। ਹੈਲੋ, ਕਦੋਂ ਆਈ? ਬੈਠਣ ਲੱਗੇ ਸਤਵਿੰਦਰ ਨੇ ਵੀ ਖੁਸ਼ ਵੱਲ ਵੇਖਿਆ ਤਾਂ ਅਚਾਨਕ ਖੁਸ਼ ਦੇ ਹੱਥਾਂ ਵਿੱਚ ਘੁੰਮਦਾ ਪੇਪਰ ਵੇਟ ਫਰਸ਼ ਤੇ ਜਾ ਪਿਆ। ਉਹ ਸੱਕ ਪਕਾ ਗਈ ਸੀ। ਉਸ ਨੂੰ ਫਿਰ ਆਪਣੇ ਵੱਲ ਵੇਖਦਿਆਂ ਵੇਖ ਕੇ ਸੱਤੇ ਨੂੰ ਲੱਗਿਆ ਜਿਵੇਂ ਅਜੇ ਇਮਤਿਹਾਨ ਖਤਮ ਨਹੀਂ ਸੀ ਹੋਇਆ। ਜਿੰਨੀ ਦੇਰ ਲੇਖਰਾਜ ਕਾਗਜ਼ ਪੱਤਰ ਵੇਖਦਾ ਰਿਹਾ, ਉਹ ਨੀਵੀਂ ਪਾਈ ਕੌਫੀ ਪੀਂਦੇ ਰਹੇ। ਪਲੀਜ਼ ਸਾਈਨ ਹੇਅਰ। ਲੇਖਰਾਜ ਦੀ ਆਵਾਜ਼ ਤੇ ਸੱਤੇ ਨੇ ਨੀਵੀਂ ਚੁੱਕੀ ਸਰਸਰੀ ਜੀ ਨਿਗਾਹ ਕਾਗਜ਼ਾਂ ਤੇ ਮਾਰੀ, ਪਰ ਉਸ ਨੂੰ ਜਾਪਿਆ ਜਿਵੇਂ ਉਸ ਦੇ ਹੱਥ ਪੈਨ ਨਹੀਂ ਸੀ, ਬਸ ਹੱਥ ਤੇ ਤੈਰ ਰਿਹਾ ਪਸੀਨਾ ਹੈ। ਬਿਨਾਂ ਸਾਈਨ ਕੀਤੇ ਕਾਗਜ਼ ਉਸ ਖੁਸ਼ ਵੱਲ ਵਧਾ ਦਿੱਤੇ। ਨਹੀਂ, ਪਹਿਲਾਂ ਤੁਸੀਂ ਕਰ ਦਿਓ। ਜਦੋਂ ਖੁਸ਼ ਨੇ ਕਾਗਜ਼ ਵਾਪਸ ਸੱਤੇ ਵੱਲ ਸਰਕਾਏ ਤਾਂ ਸਤਵਿੰਦਰ ਨੂੰ ਉਸ ਦੀਆਂ ਡੁਬਾਈਆਂ ਅੱਖਾਂ ਵੇਖਦਿਆਂ ਜਾਪਿਆ ਜਿਵੇਂ ਉਸ ਨੇ ਸੁਣਿਆ ਹੋਵੇ ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ। ਪੇਪਰ ਫੜੀ ਉਸ ਦਾ ਖੱਬਾ ਤੇ ਪੈਨ ਫੜੀ ਉਹਦਾ ਸੱਜਾ ਹੱਥ ਕੰਬਿਆ ਤੇ ਸੱਤਾ ਤਰਪ ਗਿਆ। ਹਾਂ, ਉਹ ਜਿਵੇਂ ਲੇਖਰਾਜ ਵੱਲ ਸੰਬੋਧਿਤ ਹੁੰਦੇ ਬੋਲਿਆ, ਨਹੀਂ ਅੰਕਲ, ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ। ਤੇ ਟੁਕੜੇ ਟੁਕੜੇ ਹੋਇਆ ਡਿਵੋਰਸ ਫਾਰਮ ਲੇਖਰਾਜ ਦੇ ਸਾਰੇ ਦਫ਼ਤਰ ਦੇ ਵਿੱਚ ਖਿੰਡ ਗਿਆ। ਧੰਨਵਾਦ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।